हाँ जी, सत श्री अकाल जी साਰਿਆਂ ਨੂੰ। ਕੀ ਹਾਲ ਚਾਲ है भी साਰਿਆਂ ਦਾ। ਤਾਂ ਦੇਖੋ ਰਾਜੀ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਅਨਾਉਂਸ ਕਰ ਰਿਹਾ ਕਿ 12 ਜੂਨ ਤੋਂ ਆਪਣੇ ਫਿਜ਼ਿਕਸ ਦਾ ਮਾਸਟਰ ਕੈਡਰ ਸਟਾਰਟ ਹੋ ਰਿਹਾ ਅਰੋੜਾ ਕਲਾਸਿਸ ਦੇ ਵਿੱਚ, ਆਫਲਾਈਨ ਵੀ ਤੇ ਆਨਲਾਈਨ ਵੀ। ਕਰੰਟਲੀ ਇਸ ਮਾਸਟਰ ਕੈਡਰ ਦੀ ਜਿਹੜੀ ਫੀਸ ਆ, ਆਨਲਾਈਨ ਫੀਸ ਆ, ਉਹ ਕੇਵਲ ਔਰ ਕੇਵਲ 6500 ਰੁਪਇਆ ਦੇ ਵਿੱਚ ਤੁਹਾਨੂੰ ਇਹ ਅਵੇਲੇਬਲ ਕੀਤਾ ਜਾ ਰਿਹਾ ਹੈ। ਅਰੋੜਾ ਕਲਾਸਿਸ ਜੋ ਕਿ ਆਪਦੇ ਰਿਜ਼ਲਟਸ ਦੇ ਲਈ ਜਾਣਿਆ ਜਾਂਦਾ, ਕੇਵਲ ਔਰ ਕੇਵਲ ਜਿਹੜਾ ਸਾਡਾ ਨਾਮ ਹੈ ਉਹ ਸਾਡੇ ਰਿਜ਼ਲਟਸ ਦੇ ਲਈ ਹੈ। ਤਾਂ ਉੱਥੇ ਤੁਹਾਨੂੰ ਫਿਜ਼ਿਕਸ ਮਾਸਟਰ ਕੈਡਰ ਪੜ੍ਹਨ ਦਾ ਮੌਕਾ ਮਿਲ ਰਿਹਾ। ਇਸ ਮੌਕੇ ਨੂੰ ਅਜਾਈ ਨਾ ਗਵਾ ਦਿਓ, ਦੇਖਿਓ ਕਿਤੇ ਫਿਰ ਬਾਅਦ ਦੇ ਵਿੱਚ ਪਛਤਾਉਣਾ ਪੈ ਜੇ। ਮੈਂ ਕਿਉਂ ਕਹਿ ਰਿਹਾ ਬਾਅਦ ਦੇ ਵਿੱਚ ਪਛਤਾਉਣਾ ਪੈ ਜੇ, ਕਿਉਂਕਿ ਇਸ ਮਾਸਟਰ ਕੈਡਰ ਦੇ ਚਾਰਜਸ ਬਹੁਤ ਜਲਦੀ ਵੱਧ ਕੇ ਕਿੰਨੇ ਹੋਣ ਵਾਲੇ ਹੈ, 10,000 ਹੋਣ ਵਾਲੇ ਆ। ਜਿਵੇਂ ਸ਼ੁਰੂ ਹੋਊਗਾ 12 ਨੂੰ ਇਹਦੇ ਚਾਰਜਸ 10,000 ਹੋ ਜਾਣਗੇ। ਸੋ ਜਲਦੀ ਇਹ ਮਾਸਟਰ ਕੈਡਰ ਦਾ ਬੈਚ ਹੈ ਜਿਹੜਾ ਬਾਏ ਕਰ ਲਓ। ਬਾਏ ਕਿਵੇਂ ਕਰਨਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਸਭ ਤੋਂ ਪਹਿਲਾਂ ਤੁਸੀਂ ਅਰੋੜਾ ਕਲਾਸਿਸ ਦੀ ਜਿਹੜੀ ਅਫੀਸ਼ੀਅਲ ਐਪ ਹੈ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰ ਲੈਣੀ ਹੈ। ਡਾਊਨਲੋਡ ਕਰਨ ਤੋਂ ਉਪਰੰਤ ਉਹਦੇ ਵਿੱਚ ਮੋਬਾਈਲ ਨੰਬਰ ਜਾਂ ਆਪਦੀ ਈਮੇਲ ਆਈਡੀ ਭਰ ਕੇ OTP ਆਊਗਾ, OTP ਪਾ ਕੇ ਲੌਗਇਨ ਕਰ ਲਿਓ। ਤੁਹਾਡੇ ਕੋਲ ਇੱਕ ਇੱਦਾਂ ਦਾ ਇੰਟਰਫੇਸ ਖੁੱਲੂਗਾ। ਇੱਥੇ ਨੀਚੇ ਜਮਾਂ ਸੈਂਟਰ ਦੇ ਵਿੱਚ ਬਟਨ ਹੋਊਗਾ, ਸਟੋਰ ਬਟਨ, ਉਹਦੇ ਤੇ ਕਰਕੇ ਕਲਿੱਕ। ਉੱਪਰ ਸਰਚ ਵਾਲਾ ਬਟਨ ਆਇਆ ਪਿਆ ਹੋਊਗਾ, ਨਾਲ ਕੜਛੀ ਜੀ ਆਈ ਪਈ ਹੋਊਗੀ, ਉਹਦੇ ਤੇ ਕਰ ਲਿਓ ਸਰਚ। ਕੀ ਸਰਚ ਕਰ ਲਿਓ? ਫਿਜ਼ਿਕਸ ਮਾਸਟਰ ਕੈਡਰ। ਫਿਜ਼ਿਕਸ ਮਾਸਟਰ ਕੈਡਰ ਤੁਹਾਡੇ ਕੋਲ ਇੱਕ ਇੰਟਰਫੇਸ ਖੁੱਲ੍ਹ ਜੂਗਾ ਤੇ ਨੀਚੇ ਜੇ ਜਾ ਕੇ ਤੁਹਾਡੇ ਤੋਂ ਰੁਪਈਏ ਮੰਗੇ ਹੋਣਗੇ। ਕਿੰਨੇ? 6500। ਪਰ ਯਾਰ ਤੁਸੀਂ ਤਾਂ ਸਾਡੇ ਆਪ ਦੇ ਬੰਦੇ ਹੋ, ਉੱਥੋਂ ਅਸੀਂ 6500 ਨਹੀਂ ਲੈਣਾ। ਤੁਸੀਂ ਉਹਨਾਂ ਨੂੰ ਚੁੱਪ ਕਰਕੇ ਕਹਿ ਦਿਓ ਵੀ ਸਾਨੂੰ ਕਿਹਨੇ ਭੇਜਿਆ ਹੋਇਆ ਹੈ? ਬਰਾੜ ਸਰ ਨੇ ਭੇਜਿਆ ਹੋਇਆ। ਤੇ ਕਹਿਣ ਦਾ ਤਰੀਕਾ ਕੀ ਹੈ? ਕੂਪਨ ਕੋਡ ਲਿਖਿਆ ਹੋਊਗਾ ਥੱਲੇ ਬਰੀਕ ਅੱਖਰਾਂ 'ਚ, ਹੈ ਵਾ ਕੂਪਨ ਕੋਡ, ਉੱਥੇ ਭਰ ਦਿਓ ਅਰੋੜਾ 132 ਤੇ ਤੁਹਾਨੂੰ ਉਹ 6500 ਵਾਲਾ ਬੈਚ ਕੇਵਲ ਔਰ ਕੇਵਲ 6000 ਦੇ ਵਿੱਚ ਪੈ ਜਾਊਗਾ। ਜਲਦੀ ਬਾਏ ਕਰ ਲਓ, ਇਹ ਨਾ ਹੋਵੇ ਇਹ 10,000 ਦਾ ਹੋ ਜੇ। ਤੇ ਇੱਕ ਗੱਲ ਹੋਰ ਮੇਰੇ ਤੋਂ ਸੁਣ ਲਓ, ਜੇ ਕੋਈ ਵੀ ਕੰਬੋ ਵੀ ਤੁਸੀਂ ਇਹਦੇ ਨਾਲ ਬਾਏ ਕਰ ਸਕਦੇ ਹੋ। ਜੇ ਕਿਸੇ ਬੱਚੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਮੈਂ 24/7 ਅਵੇਲੇਬਲ ਰਹਿਣਾ ਜੀ ਤੁਹਾਡੇ ਆਪਣੇ ਟੈਲੀਗ੍ਰਾਮ ਚੈਨਲ ਸਾਇੰਸ ਬਾਏ ਬਰਾੜ ਸਰ, ਤੇ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜੇ ਕੋਈ ਡੇਲੀ ਵਾਲੀ ਮੁਲਾਕਾਤ ਭਾਲਦਾ ਭਾਈ, ਤਾਂ ਡੇਲੀ ਵਾਲੀ ਮੁਲਾਕਾਤ ਵੀ ਉਹਨੂੰ ਮਿਲ ਜੂਗੀ। ਕਿੱਥੇ ਮਿਲ ਜੂਗੀ? ਹਰ ਮੈਦਾਨ ਫਤਿਹ ਸੀਰੀਜ਼ ਦੇ ਵਿੱਚ, ਜੋ ਕਿ ਸ਼ਾਮ ਨੂੰ ਰੋਜ਼ ਹੁੰਦੀ ਹੈ। ਕਿੰਨੇ ਵਜੇ? 7 ਵਜੇ। ਕਿਹੜੇ ਚੈਨਲ ਤੇ ਹੁੰਦੀ ਆ? ਅਰੋੜਾ ਕਲਾਸਿਸ ਦਾ ਜਿਹੜਾ ਮੇਨ ਚੈਨਲ ਆ, ਟੀਚਿੰਗ ਐਗਜ਼ਾਮ ਵਾਲਾ ਨਹੀਂ, ਜਿਹੜਾ ਮੇਨ ਚੈਨਲ ਆ। ਸੋ ਮਿਲਦੇ ਆ ਕਲਾਸ ਦੇ ਵਿੱਚ। ਥੈਂਕ ਯੂ ਸੋ ਮਚ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤਾਂ ਦੇਖੋ ਰਾਜੇ, ਅੱਜ ਆਪਾਂ ਜਿਹੜਾ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ, ਆਪਾਂ ਕਰਨ ਜਾ ਰਹੇ ਹਾਂ ਰਿਫਰੈਕਸ਼ਨ ਆਫ ਲਾਈਟ। ਜਿਹੜਾ ਆਪਣਾ ਚੈਪਟਰ ਲਾਈਟ ਚੱਲ ਰਿਹਾ ਸੀ ਉਹਦਾ ਹੀ ਸਬ ਪਾਰਟ ਹੈ। ਰਿਫਲੈਕਸ਼ਨ ਆਪਾਂ ਸਾਰਾ ਪੜ੍ਹ ਲਿਆ, ਮਿਰਰਸ ਪੜ੍ਹ ਲਏ, ਮਿਰਰ ਫਾਰਮੂਲਾ ਪੜ੍ਹ ਲਿਆ। ਨੈਕਸਟ ਆਪਾਂ ਗੱਲ ਕਰਾਂਗੇ ਰਿਫਰੈਕਸ਼ਨ ਦੀ, ਲੈਂਸਸ ਦੀ ਤੇ ਲੈਂਸ ਫਾਰਮੂਲੇ ਦੀ। ਤਾਂ ਨੈਕਸਟ ਦੇਖੋ ਪੁੱਤ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਿਫਰੈਕਸ਼ਨ ਆਫ ਲਾਈਟ ਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਿਫਲੈਕਸ਼ਨ ਆਫ ਲਾਈਟ। ਇਹਦੀਆਂ ਲਾਈਵ ਐਗਜ਼ਾਮਪਲਾਂ ਤੁਹਾਨੂੰ ਕਿੱਥੇ ਦੇਖਣ ਨੂੰ ਮਿਲਦੀਆਂ ਜ਼ਿੰਦਗੀ ਦੇ ਵਿੱਚ? ਸਭ ਤੋਂ ਪਹਿਲਾਂ ਇਹਨਾਂ ਦੀ ਗੱਲ ਕਰਦੇ ਹਾਂ। ਤੁਸੀਂ ਨੋਟ ਕੀਤਾ ਹੋਣਾ ਕਿ ਕਈ ਵਾਰੀ ਆਪਾਂ ਬੀਕਰ ਲੈਂਦੇ ਹਾਂ ਪਾਣੀ ਦਾ, ਹੈ ਨਾ, ਗਲਾਸ ਬੀਕਰ ਲੈ ਲੈਂਦੇ ਹਾਂ ਜਿਹੜਾ ਬਿਲਕੁਲ ਟਰਾਂਸਪੇਰੈਂਟ ਹੁੰਦਾ। ਉਹ 'ਚ ਪਾਣੀ ਭਰ ਲਓ। ਪਾਣੀ ਭਰ ਕੇ ਉਹਦੇ 'ਚ ਪੈਨਸਲ ਡਿਪ ਕਰੋਗੇ ਤਾਂ ਤੁਹਾਨੂੰ ਇੱਦਾਂ ਲੱਗੂਗੀ ਜਿਵੇਂ ਪੈਨਸਲ ਟੁੱਟ ਗਈ ਹੁੰਦੀ ਹੈ। ਬਾਹਰ ਕੱਢੋਗੇ ਫਿਰ ਪੈਨਸਲ ਸਿੱਧੀ ਹੋਊਗੀ। ਤਾਂ ਕਹਿੰਦਾ ਉਹ ਜਿੰਨਾ ਪੋਰਸ਼ਨ ਪਾਣੀ ਦੇ ਵਿੱਚ ਡੁੱਬਿਆ ਹੋਊਗਾ ਉਹ ਤੁਹਾਨੂੰ ਟੇਢਾ ਹੋਇਆ ਵਾ ਦਿਖਾਈ ਦੇਊਗਾ। ਜਾਂ ਕਈ ਵਾਰੀ ਕੀ ਹੁੰਦਾ, ਤੁਸੀਂ ਨੋਟ ਕੀਤਾ ਹੋਣਾ ਕਿ ਸਵੀਮਿੰਗ ਪੂਲ ਵਗੈਰਾ ਦੇ ਵਿੱਚ ਜਾਂ ਵਗਦੇ ਪਾਣੀ ਦੇ ਵਿੱਚ ਕੋਇਨ ਪਿਆ ਹੁੰਦਾ, ਤਾਂ ਉਹ ਕੋਇਨ ਆਪਾਂ ਨੂੰ ਐਂ ਲੱਗ ਰਿਹਾ ਹੁੰਦਾ ਵੀ ਸਤ੍ਹਾ ਤੋਂ ਉੱਪਰ ਪਿਆ। ਜਾਂ ਤੁਸੀਂ ਨੋਟ ਕੀਤਾ ਹੋਣਾ ਆਪਾਂ ਕੋਈ ਗਲਾਸ ਦਾ ਟੁਕੜਾ ਨੋਟਬੁੱਕ 'ਤੇ ਜਾਂ ਬੁੱਕ ਦੇ ਉੱਪਰ ਰੱਖ ਲੈਂਦੇ ਹਾਂ, ਤਾਂ ਐਂ ਲੱਗਦਾ ਹੁੰਦਾ ਵੀ ਅੱਖਰ ਉਹ ਟੁਕੜੇ ਦੇ ਵਿੱਚ ਆ ਗਏ, ਲੱਗਦਾ ਨਾ। ਜਾਂ ਬਹੁਤ ਨੋਰਮਲੀ ਪਾਣੀ ਵਗ ਰਿਹਾ ਹੋਵੇ, ਦੇਖਦੇ ਪਾਣੀ ਨੂੰ ਨੀਚੇ ਦੇਖ ਕੇ ਐਂ ਲੱਗਦਾ ਹੁੰਦਾ ਉਹਦੀ ਸਤ੍ਹਾ ਤਾਂ ਜਮੀ ਉੱਤੇ ਜੇ ਵੀ ਥੋੜ੍ਹਾ ਜਿਹਾ ਪਾਣੀ ਵਗ ਰਿਹਾ, ਪਰ ਜਦੋਂ ਪੈਰ ਰੱਖਦੇ ਉਹ ਪਤਾ ਲੱਗਦਾ ਕਾਫੀ ਜ਼ਿਆਦਾ ਡੂੰਘਾ ਹੈ ਉਹ। ਅਤੇ ਇਹ ਸਾਰੀਆਂ ਚੀਜ਼ਾਂ ਕਾਹਦੇ ਕਰਕੇ ਹੁੰਦੀਆਂ ਪੁੱਤ? ਇਹ ਚੀਜ਼ਾਂ ਹੁੰਦੀਆਂ ਗੀਆਂ ਕਾਹਦੇ ਕਰਕੇ? ਰਿਫਰੈਕਸ਼ਨ ਆਫ ਲਾਈਟ ਕਰਕੇ। ਕਾਹਦੇ ਕਰਕੇ ਹੁੰਦੀਆਂ? ਰਿਫਰੈਕਸ਼ਨ ਆਫ ਲਾਈਟ। ਰਿਫਰੈਕਸ਼ਨ ਆਫ ਲਾਈਟ ਤੋਂ ਭਾਵ ਕੀ ਹੈ ਰਾਜੇ? ਰਿਫਰੈਕਸ਼ਨ ਆਫ ਲਾਈਟ ਤੋਂ ਭਾਵ ਕੀ? ਹੁਣ ਰਿਫਲੈਕਸ਼ਨ 'ਚ ਕੀ ਪੜ੍ਹਦੇ ਸੀਗੇ ਆਪਾਂ? ਲਾਈਟ ਦੀ ਕਿਰਨ ਹੈ, ਕੋਈ ਆਉਂਦੀ ਹੈ ਕਿਸੇ ਦੂਸਰੇ ਮਾਧਿਅਮ ਨਾਲ ਟਕਰਾਉਂਦੀ ਹੈ, ਟਕਰਾਉਣ ਤੋਂ ਬਾਅਦ ਕੀ ਹੈ? ਚਲੀ ਜਾਂਦੀ ਹੈ। ਪਰ ਇਹਦੇ 'ਚ ਆਪਾਂ ਚਲੀ ਨਹੀਂ ਜਾਊਗੀ। ਇਹਦੇ 'ਚ ਕੀ ਹੋਊਗਾ ਪੁੱਤ? ਕੋਈ ਲਾਈਟ ਦੀ ਕਿਰਨ ਆਊਗੀ, ਕਿਸੇ ਦੂਸਰੇ ਮਾਧਿਅਮ ਦੇ ਵਿੱਚ ਐਂਟਰ ਕਰੂਗੀ ਤੇ ਉਸ ਮਾਧਿਅਮ 'ਚੋਂ ਅੱਗੇ ਚਲੀ ਜਾਊਗੀ। ਹੁਣ ਕਹਿੰਦਾ ਉਹ ਸੇਮ ਮਾਧਿਅਮ 'ਚ ਵਾਪਸ ਨਹੀਂ ਆ ਰਹੀ, ਨੈਕਸਟ ਮਾਧਿਅਮ ਦੇ ਵਿੱਚ ਕੀ ਕਰ ਰਹੀ ਹੈ? ਐਂਟਰ ਕਰ ਰਹੀ ਹੈ। ਅਤੇ ਜਦੋਂ ਲਾਈਟ ਦੀ ਕਿਰਨ ਕਿਸੇ ਇੱਕ ਮਾਧਿਅਮ ਤੋਂ ਦੂਸਰੇ ਮਾਧਿਅਮ ਦੇ ਵਿੱਚ ਜਾਂਦੀ ਹੈ ਤਾਂ ਉਹ ਸਿੱਧਾ ਜਾਣ ਦੀ ਬਜਾਏ ਆਪਦੇ ਪਾਥ ਤੋਂ, ਆਪਦੇ ਰਾਹ ਤੋਂ ਹਲਕੀ ਜਿਹੀ ਕੀ ਹੋ ਜਾਂਦੀ ਹੈ? ਡਿਫਲੈਕਟ ਹੋ ਜਾਂਦੀ ਹੈ, ਹਲਕੀ ਜਿਹੀ ਬੈਂਡ ਹੋ ਜਾਂਦੀ ਹੈ, ਹਲਕੀ ਜਿਹੀ ਮੁੜ ਜਾਂਦੀ ਹੈ। ਉਸ ਦੇ ਐਸ ਮੁੜਨ ਨੂੰ ਹੀ ਕੀ ਕਿਹਾ ਜਾਂਦਾ ਹੈ? ਰਿਫਰੈਕਸ਼ਨ ਆਫ ਲਾਈਟ। ਕੀ ਕਿਹਾ ਜਾਂਦਾ? ਰਿਫਰੈਕਸ਼ਨ ਆਫ ਲਾਈਟ। ਰਿਫਰੈਕਸ਼ਨ ਆਫ ਲਾਈਟ ਕੀ ਹੈ ਰਾਜੇ? ਜਦੋਂ ਕੋਈ ਲਾਈਟ ਦੀ ਕਿਰਨ ਕਿਸੇ ਇੱਕ ਮਾਧਿਅਮ ਤੋਂ ਦੂਸਰੇ ਮਾਧਿਅਮ ਦੇ ਵਿੱਚ ਜਾਂਦੀ ਹੈ
ਤਾਂ ਕੀ ਕਰਦੀ ਹੈ ਉਹ ਜਿਹੜਾ ਆਪਦਾ ਉਹਦਾ ਸਹੀ ਪਾਥ ਹੈ, ਮੰਨ ਕੇ ਚਲੋ ਹੁਣ ਆਹ ਲਾਈਨ ਸੀਗੀ, ਆਹ ਰੇ ਸੀਗੀ, ਇਹ ਕਿਸੇ ਇੱਕ ਮਾਧਿਅਮ 'ਚੋਂ ਸੀਗੀ, ਇਹ ਦੂਸਰੇ ਮਾਧਿਅਮ ਦੇ ਵਿੱਚ ਜਾ ਰਹੀ ਸੀ। ਹੁਣ ਮੰਨ ਕੇ ਚਲੋ ਪੁੱਤ ਇਹ ਸੇਮ ਮੀਡੀਅਮ 'ਚ ਹੀ ਰਹਿੰਦੀ ਤਾਂ ਇਹਨੇ ਇੱਦਾਂ ਹੀ ਜਾਣਾ ਸੀ ਪੁੱਤ, ਐਸੇ ਰਾਹ ਹੀ ਜਾਣਾ ਸੀ ਇਹਨੇ, ਦੇਖੋ ਇੱਦਾਂ ਹੀ ਚਲੇ ਜਾਣਾ ਸੀ, ਇੱਦਾਂ ਹੀ ਜਾਣਾ ਸੀ ਪੁੱਤ ਸਿੱਧੀ। ਪਰ ਹੁਣ ਜਦੋਂ ਮੈਂ ਇਹ ਦੂਸਰੇ ਮਾਧਿਅਮ ਦੇ ਵਿੱਚ ਗਈ ਤਾਂ ਇਹ ਸਿੱਧੀ ਜਾਣ ਦੀ ਬਜਾਏ ਆਪਦੇ ਪਾਥ ਤੋਂ ਹਲਕੀ ਜੀ ਕੀ ਹੋ ਗਈ ਪੁੱਤ, ਡਿਫਲੈਕਟ ਹੋ ਗਈ, ਹਲਕੀ ਜੀ ਕੀ ਹੋ ਗਈ, ਡਿਫਲੈਕਟ ਹੋ ਗਈ, ਜਾਂ ਮੈਂ ਕਹਿੰਦਾ ਹਲਕੀ ਜੀ ਕੀ ਹੋ ਗਈ, ਬੈਂਡ ਹੋ ਗਈ। ਤੇ ਉਹਦੇ ਐਸ ਬੈਂਡ ਹੋਣ ਦੀ ਪ੍ਰਕਿਰਿਆ ਨੂੰ ਹੀ ਕੀ ਕਿਹਾ ਜਾਂਦਾ ਰਾਜੇ, ਰੀਫਰੈਕਸ਼ਨ ਆਫ ਲਾਈਟ। ਕੀ ਕਿਹਾ ਜਾਂਦਾ ਪੁੱਤ ਓਏ, ਰੀਫਰੈਕਸ਼ਨ ਆਫ ਲਾਈਟ। ਕਲੀਅਰ ਹੈ, ਸ਼ੋਰ ਹੋ? ਚਲੋ ਜੀ ਨੈਕਸਟ ਦੇਖੋ ਜੀ, ਨੈਕਸਟ ਤੁਹਾਡੇ ਕੋਲੇ ਆ ਗਈ ਇਨਸੀਡੈਂਟ ਰੇ। ਸੌਰੀ, ਕਿਹੜੀਆਂ ਚੀਜ਼ਾਂ ਹੁੰਦੀਆਂ ਨੈਕਸਟ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਕਿ ਤੁਹਾਡੇ ਕੋਲੇ ਕਿਹੜੀਆਂ ਚੀਜ਼ਾਂ ਹੁੰਦੀਆਂ ਇਹਦੇ ਵਿੱਚ। ਹੁਣ ਦੇਖੋ ਪੁੱਤ ਆਹ ਵਾਲਾ ਪੋਰਸ਼ਨ ਜਿਹੜਾ ਮੈਂ ਤੁਹਾਨੂੰ ਰਿਪਰੈਜ਼ੈਂਟ ਕਰ ਰਿਹਾ, ਆਹ ਵਾਲਾ ਪੋਰਸ਼ਨ ਪੁੱਤ ਜਿਹੜਾ ਮੈਂ ਤੁਹਾਨੂੰ ਰਿਪਰੈਜ਼ੈਂਟ ਕਰ ਰਿਹਾ, ਕਿਹੜੇ ਕਲਰ ਨਾਲ, ਰੈੱਡ ਕਲਰ ਨਾਲ। ਆਹ ਪੁੱਤ ਕੋਈ ਇੱਕ ਮੀਡੀਅਮ ਹੈ, ਆਹ ਤੁਹਾਡੇ ਕੋਲੇ ਕੋਈ ਇੱਕ ਮੀਡੀਅਮ ਹੈ। ਆਹ ਜਿਹੜਾ ਦੂਸਰਾ ਪੋਰਸ਼ਨ ਮੈਂ ਰਿਪਰੈਜ਼ੈਂਟ ਕਰ ਰਿਹਾ ਅਲੱਗ ਕਲਰ ਦੇ ਨਾਲ, ਦੇਖੋ ਜਿਵੇਂ ਮੈਂ ਇਹਨੂੰ ਰਿਪਰੈਜ਼ੈਂਟ ਕਰ ਰਿਹਾ ਜੀ ਬਲੂ ਦੇ ਨਾਲ। ਆਹ ਤੁਹਾਡੇ ਕੋਲੇ ਕੋਈ ਦੂਸਰਾ ਮੀਡੀਅਮ ਹੈ ਪੁੱਤ, ਆਹ ਦੋਨਾਂ ਦੀ ਬਾਰਡਰ ਲਾਈਨ ਬਣ ਗਈ। ਠੀਕ ਹੈ, ਹੁਣ ਆਹ ਕੋਈ ਲਾਈਟ ਦੀ ਕਿਰਨ ਆ ਰਹੀ ਸੀ, ਦੇਖੋ ਆਹ ਕੋਈ ਲਾਈਟ ਦੀ ਕਿਰਨ ਆ ਰਹੀ ਸੀ ਤੁਹਾਡੇ ਕੋਲੇ। ਆਹ ਪੁੱਤ ਜਿਹੜੀ ਤੁਹਾਡੇ ਕੋਲੇ ਕਿਹੜੇ ਕਲਰ 'ਚ ਆ ਰਹੀ ਹੈ ਜੀ, ਲੈਟਸ ਸੇ ਮੈਂ ਆਹ ਕਲਰ 'ਚ ਲੈ ਕੇ ਆ ਰਿਹਾ, ਹਲਕੇ ਰੈੱਡ ਜਿਹੇ ਕਲਰ 'ਚ ਆਹ ਲੈ ਕੇ ਆ ਰਿਹਾ ਜਿਹੜੀ, ਆਹ ਕੋਈ ਲਾਈਟ ਦੀ ਕਿਰਨ ਆ ਰਹੀ ਹੈ ਪੁੱਤ। ਆਹ ਕੋਈ ਲਾਈਟ ਦੀ ਕਿਰਨ ਆਈ, ਆ ਕੇ ਐਸ ਸਤ੍ਹਾ ਤੇ ਟਕਰਾਈ। ਹੁਣ ਇੱਕ ਮੀਡੀਅਮ 'ਚੋਂ ਆਈ, ਦੂਸਰੇ ਮੀਡੀਅਮ ਦੀ ਸਤ੍ਹਾ ਤੇ ਟਕਰਾਈ। ਪਹਿਲਾਂ ਵਾਲੇ ਕੇਸ 'ਚ ਆਪਾਂ ਕੀ ਪੜ੍ਹਦੇ ਹੁੰਦੇ ਸੀ, ਟਕਰਾ ਕੇ ਸੇਮ ਮਾਧਿਅਮ ਦੇ ਵਿੱਚ ਵਾਪਸ ਚੱਲ ਗਈ। ਪਰ ਹੁਣ ਸੇਮ ਮਾਧਿਅਮ ਦੇ ਵਿੱਚ ਵਾਪਸ ਨਹੀਂ ਗਈ, ਕੀ ਹੋ ਗਈ ਪੁੱਤ, ਆਪਦੇ ਪਾਥ ਤੋਂ ਉਹਨੂੰ ਜਾਣਾ ਕਿਵੇਂ ਚਾਹੀਦਾ ਸੀ। ਮੰਨ ਕੇ ਚਲੋ ਇੱਥੇ ਕੋਈ ਮੀਡੀਅਮ ਨਾ ਹੁੰਦਾ ਤਾਂ ਪੁੱਤ ਉਹਨੇ ਕਿਵੇਂ ਜਾਣਾ ਸੀ, ਇੱਦਾਂ ਚਲੇ ਜਾਣਾ ਸੀ ਨਾ, ਇੱਦਾਂ ਚਲੇ ਜਾਣਾ ਸੀ। ਪਰ ਹੁਣ ਇੱਦਾਂ ਨਹੀਂ ਗਈ, ਕੀ ਹੋ ਗਈ, ਉਹ ਆਪਦੇ ਪਾਥ ਤੋਂ ਹਲਕੀ ਜੀ ਵਿਚਲਿਤ ਹੋ ਗਈ, ਆਪਦੇ ਪਾਥ ਤੋਂ ਹਲਕੀ ਜੀ ਕੀ ਹੋ ਗਈ, ਡਿਫਲੈਕਟ ਹੋ ਗਈ। ਤੇ ਐਸੇ ਡਿਫਲੈਕਟ ਹੋਣ ਦੀ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ, ਕੀ ਹੋ ਗਈ ਜੀ, ਲਾਈਟ ਦੀ ਬੈਂਡਿੰਗ ਹੋ ਗਈ। ਲਾਈਟ ਦੀ ਬੈਂਡਿੰਗ ਨੂੰ ਹੀ ਕੀ ਕਿਹਾ ਜਾਂਦਾ ਪਤਾ, ਰਿਫਰੈਕਸ਼ਨ ਆਫ ਲਾਈਟ। ਹੁਣ ਦੇਖੋ ਆਹ ਵਾਲੀ ਕਿਰਨ ਪੁੱਤ ਜਿਹੜੀ ਟਕਰਾਉਣ ਲਈ ਆ ਰਹੀ ਸੀ, ਇਸ ਕਿਰਨ ਨੂੰ ਕੀ ਕਿਹਾ ਜਾਂਦਾ, ਇਨਸੀਡੈਂਟ ਰੇ। ਕੀ ਕਿਹਾ ਜਾਂਦਾ ਪੁੱਤ ਓਏ, ਇਨਸੀਡੈਂਟ ਰੇ। ਜਿੱਥੇ ਆ ਕੇ ਇਹ ਟਕਰਾਉਂਦੀ ਹੈ, ਜਿੱਥੇ ਆ ਕੇ ਤੁਹਾਡੀ ਇਨਸੀਡੈਂਟ ਰੇ ਟਕਰਾਉਂਦੀ ਆ, ਉਸ ਪੁਆਇੰਟ ਤੇ ਇੱਕ ਇਮੇਜਨਰੀ ਲਾਈਨ ਖਿੱਚ ਦਿੰਦੇ ਆਪਾਂ, ਇੱਕ ਕਾਲਪਨਿਕ ਰੇਖਾ ਖਿੱਚ ਦਿੰਦੇ ਹੁੰਦੇ ਆ। ਇਸ ਕਾਲਪਨਿਕ ਰੇਖਾ ਨੂੰ ਪੁੱਤ ਆਪਾਂ ਪਹਿਲਾਂ ਕੀ ਕਹਿੰਦੇ ਹੁੰਦੇ ਸੀ, ਨਾਰਮਲ। ਹੁਣ ਵੀ ਕੀ ਕਹਾਂਗੇ, ਨਾਰਮਲ। ਤਾਂ ਇਸ ਇੱਥੇ ਉੱਥੇ ਆਪਾਂ ਇੱਕ ਕਾਲਪਨਿਕ ਰੇਖਾ ਖਿੱਚਤੀ, ਉਸ ਕਾਲਪਨਿਕ ਰੇਖਾ ਨੂੰ ਆਪਾਂ ਕੀ ਕਿਹਾ ਵੀ ਇਹ ਕੀ ਹੈ ਰਾਜੀ, ਸਾਡਾ ਨਾਰਮਲ ਹੈ ਜੀ। ਓਕੇ, ਹੁਣ ਦੇਖੋ ਜੀ ਆਈ ਟਕਰਾ ਕੇ ਪੁੱਤ ਦੂਸਰੇ ਮਾਧਿਅਮ ਦੇ ਵਿੱਚ ਐਂਟਰ ਕਰ ਗਈ। ਕਿਵੇਂ ਕਰ ਗਈ, ਜਾਣਾ ਉਹਨੂੰ ਇੱਦਾਂ ਚਾਹੀਦਾ ਸੀ ਹੈ ਨਾ, ਐਸ ਰਾਹ ਜਾਣਾ ਚਾਹੀਦਾ ਸੀ, ਐਸ ਰਾਹ ਨਹੀਂ ਗਈ ਜੀ, ਆਪਦੇ ਰਾਹ ਤੋਂ ਹਲਕੀ ਜੀ ਵਿਚਲਿਤ ਹੋ ਗਈ, ਜਿਹਨੂੰ ਆਪਾਂ ਕਹਿੰਦੇ ਆ ਕੀ ਹੋ ਗਈ, ਰਿਫਰੈਕਸ਼ਨ। ਤਾਂ ਜਿਹੜੀ ਕਿਰਨ ਪੁੱਤ ਨਿਕਲੀ ਆ, ਹੁਣ ਇਸ ਕਿਰਨ ਨੂੰ ਕੀ ਕਹਾਂਗੇ ਜੀ, ਇਹ ਕਿਹੜੀ ਰੇ ਹੈ ਪੁੱਤ ਓਏ, ਰਿਫਰੈਕਟਡ ਰੇ। ਜਿਵੇਂ ਉਧਰਲੇ ਕੇਸ 'ਚ ਆਪਾਂ ਕਹਿੰਦੇ ਹੁੰਦੇ ਕਿਹੜੀ ਰੇ ਹੈ, ਰਿਫਲੈਕਟਡ। ਐਸ 'ਚ ਕਿਹੜੀ ਕਹਾਂਗੇ, ਕਿਹੜੀ ਹੈ ਜੀ, ਰਿਫਰੈਕਟਡ। ਓਕੇ, ਹੁਣ ਦੇਖੋ ਧਿਆਨ ਨਾਲ ਪੁੱਤ, ਧਿਆਨ ਨਾਲ ਦੇਖੋ, ਤੁਹਾਡੀ ਨਾਰਮਲ ਤੇ ਇਨਸੀਡੈਂਟ ਰੇ ਦੇ ਵਿਚਕਾਰ ਇੱਥੇ ਕੋਈ ਐਂਗਲ ਬਣ ਰਿਹਾ, ਆਹ ਵਾਲਾ ਐਂਗਲ ਬਣ ਰਿਹਾ ਪੁੱਤ। ਇਸ ਐਂਗਲ ਨੂੰ ਕੀ ਕਿਹਾ ਜਾਂਦਾ ਜੀ, ਇਨਸੀਡੈਂਟ ਐਂਗਲ। ਕੀ ਕਿਹਾ ਜਾਂਦਾ ਪੁੱਤ ਓਏ, ਇਨਸੀਡੈਂਟ ਐਂਗਲ। ਸਿਮਿਲਰਲੀ ਤੁਹਾਡੀ ਰਿਫਰੈਕਟਡ ਰੇ ਤੇ ਨਾਰਮਲ ਦੇ ਵਿਚਕਾਰ ਆਹ ਵਾਲੀ ਜਗ੍ਹਾ ਤੇ ਕੋਈ ਐਂਗਲ ਬਣ ਰਿਹਾ ਪੁੱਤ, ਇੱਥੇ ਕੋਈ ਐਂਗਲ ਬਣ ਰਿਹਾ ਹੈ। ਇਸ ਐਂਗਲ ਨੂੰ ਕੀ ਕਿਹਾ ਜਾਂਦਾ, ਰਿਫਰੈਕਟਡ ਐਂਗਲ। ਇਨਸੀਡੈਂਟ ਐਂਗਲ ਨੂੰ ਰਿਪਰੈਜ਼ੈਂਟ ਕਰ ਦਿੱਤਾ ਜਾਂਦਾ ਐਂਗਲ ਆਈ ਨਾਲ, ਰਿਫਰੈਕਟਡ ਐਂਗਲ ਨੂੰ ਰਿਪਰੈਜ਼ੈਂਟ ਕਰ ਦਿੰਦੇ ਜੀ ਐਂਗਲ ਆਰ ਨਾਲ। ਓਕੇ ਪੁੱਤ, ਸਮਝ ਆ ਗਿਆ ਇੱਥੋਂ ਤੱਕ, ਪੱਕਾ ਕਲੀਅਰ ਹੈ ਜਮਾ। ਚੱਲਾਂ ਅੱਗੇ, ਚੱਲਾਂ ਪੁੱਤ ਅੱਗੇ, ਚਲੋ। ਹੁਣ ਦੇਖੋ ਮੀਡੀਅਮ ਕੀ ਹੁੰਦਾ, ਮੀਡੀਅਮ ਦੇ ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਪੁੱਤ। ਦੁਨੀਆ ਦੀ ਕੋਈ ਵੀ ਚੀਜ਼ ਜਿਹੜੀ ਕਾਹਦੇ ਤੋਂ ਮਿਲ ਕੇ ਬਣੀ ਹੈ, ਕਣਾਂ ਤੋਂ ਮਿਲ ਕੇ ਬਣੀ ਹੈ, ਉਹਨੂੰ ਤੁਸੀਂ ਕੀ ਕਹੋਗੇ, ਮੀਡੀਅਮ ਕਹੋਗੇ। ਉਹਨੂੰ ਤੁਸੀਂ ਕੀ ਕਹੋਗੇ, ਮੀਡੀਅਮ ਕਹੋਗੇ। ਮੀਡੀਅਮ ਪੁੱਤ ਦੋ ਟਾਈਪ ਦੇ ਹੁੰਦੇ, ਇੱਕ ਹੁੰਦਾ ਡੈਂਸਰ, ਇੱਕ ਹੁੰਦਾ ਰੇਅਰਰ। ਇੱਕ ਹੁੰਦਾ ਡੈਂਸਰ, ਇੱਕ ਹੁੰਦਾ ਰੇਅਰਰ। ਡੈਂਸਰ ਦਾ ਮਤਲਬ ਕੀ ਹੁੰਦਾ ਪੁੱਤ, ਸੰਘਣਾ, ਤੇ ਰੇਅਰਰ ਦਾ ਮਤਲਬ ਕੀ ਹੁੰਦਾ, ਬਿਰਲਾ। ਹੁਣ ਜਿਹੜੇ ਮੀਡੀਅਮ ਦੇ ਵਿੱਚ ਪੁੱਤ,
ਜਿਹੜੇ ਮੀਡੀਅਮ ਦੇ ਵਿੱਚ ਤੁਹਾਡੇ ਕੋਲ ਜਿਹੜੇ ਕਣ ਹੋਣਗੇ ਉਹ ਬਿਲਕੁਲ ਇੱਕ ਦੂਸਰੇ ਦੇ ਕੀ ਹੋਣਗੇ ਪੁੱਤ, ਨੇੜੇ ਨੇੜੇ ਹੋਣਗੇ। ਕਣ ਇਦਾਂ ਹੋਣਗੇ ਜਿਵੇਂ ਇੱਕ ਦੂਸਰੇ ਦੇ ਕਣ ਬਿਲਕੁਲ ਨੇੜੇ ਨੇੜੇ ਆ। ਉਹ ਮੀਡੀਅਮ ਤੁਹਾਡਾ ਕਿਹੜਾ ਮੀਡੀਅਮ ਖਵਾਊਗਾ ਪੁੱਤ? ਆਹ ਕਿਹੜਾ ਮੀਡੀਅਮ ਹੋਊਗਾ ਪੁੱਤ ਜਿਹੜਾ ਮੈਂ ਤੁਹਾਡੇ ਕੋਲੇ ਡਰਾ ਕਰ ਰਿਹਾ? ਆਹ ਮੀਡੀਅਮ ਕਿਹੜਾ ਹੋਊਗਾ? ਡੈਂਸਰ ਹੋਊਗਾ ਕਿ ਰੇਅਰ ਹੋਊਗਾ ਪੁੱਤ? ਇਹ ਮੀਡੀਅਮ ਡੈਂਸਰ ਹੋਊਗਾ ਕਿ ਰੇਅਰ ਹੋਊਗਾ ਪੁੱਤ? ਦੱਸੋ। ਫਸਟ ਕੀ ਹੋਊਗਾ ਜੀ ਤੁਹਾਡੇ ਕੋਲੇ? ਡੈਂਸਰ। ਸੈਕੰਡ ਤੁਹਾਡੇ ਕੋਲੇ ਕੀ ਹੋਊਗਾ? ਰੇਅਰ। ਜਿੰਨਾ ਟਾਈਮ ਮੈਂ ਦੂਜਾ ਡਰਾ ਨਹੀਂ ਕਰਿਆ ਤੁਸੀਂ ਪਹਿਲੇ ਬਾਰੇ ਨਹੀਂ ਦੱਸ ਸਕਦੇ ਪੁੱਤ। ਹੁਣ ਮੰਨ ਕੇ ਚੱਲੋ ਆਪਾਂ ਕਿਸੇ ਬੰਦੇ ਨੂੰ ਕਹਿ ਦਈਏ ਵੀ ਯਾਰ ਤੈਨੂੰ 20,000 ਰੁਪਈਆ ਤਨਖਾਹ ਮਿਲੂਗੀ, ਬਹੁਤ ਆ। ਹੁਣ ਜਿਹੜਾ ਬੰਦਾ ਜਮਾਂ ਵਿਹਲਾ ਪੁੱਤ ਉਹਦੇ ਲਈ 20,000 ਰੁਪਈਆ ਬਹੁਤ ਜ਼ਿਆਦਾ ਆ। ਜਿਹੜਾ ਬੰਦਾ ਲੱਖ 1.5 ਲੱਖ ਕਮਾ ਰਿਹਾ ਉਹ ਕੀ 20,000 ਯਾਰ ਕੁਛ ਵੀ ਨਹੀਂ। ਸਿਮਿਲਰਲੀ ਤੁਸੀਂ ਕਿਸੇ ਵੀ ਮੀਡੀਅਮ ਨੂੰ ਪਰਮਾਨੈਂਟਲੀ ਡੈਂਸਰ ਜਾਂ ਪਰਮਾਨੈਂਟਲੀ ਰੇਅਰ ਨਹੀਂ ਕਹਿ ਸਕਦੇ। ਜਦੋਂ ਕੰਪੈਰੀਜ਼ਨ ਹੋਊਗਾ ਉਦੋਂ ਦੱਸੋਗੇ ਵੀ ਹਾਂ ਇਹ ਡੈਂਸਰ ਹੈ, ਇਹ ਕੀ ਹੈ ਪੁੱਤ ਸਾਡਾ ਰੇਅਰ ਹੈ। ਮੈਟਰ ਕਰਦਾ ਕੰਪੈਰੀਜ਼ਨ ਕਿਹਦੇ ਨਾਲ ਕਰ ਰਹੇ ਹਾਂ। ਦੇਖੋ ਹੁਣ ਹਵਾ ਤੇ ਪਾਣੀ ਦਾ ਕੰਪੈਰੀਜ਼ਨ ਕਰਿਆ, ਕਿਹੜਾ ਡੈਂਸਰ ਬਣੂਗਾ ਕਿਹੜਾ ਰੇਅਰ ਬਣੂਗਾ? ਹਵਾ ਰੇਅਰ ਹੈ, ਪਾਣੀ ਡੈਂਸਰ ਹੈ। ਪਾਣੀ ਇੱਕ ਹੀ ਡੈਂਸਰ ਬਣੇ ਨਾ ਪੁੱਤ। ਅਗਲੀ ਵਾਰੀ ਪਾਣੀ ਦਾ ਤੇ ਗਲਾਸ ਦਾ ਕੰਪੈਰੀਜ਼ਨ ਕਰ ਲਓ, ਕਿਹੜਾ ਰੇਅਰ ਹੈ ਕਿਹੜਾ ਡੈਂਸਰ ਹੈ? ਪਾਣੀ ਰੇਅਰ ਹੈ, ਗਲਾਸ ਡੈਂਸਰ ਹੈ। ਹੁਣ ਗਲਾਸ ਡੈਂਸਰ ਬਣਿਆ, ਅਗਲੀ ਵਾਰੀ ਗਲਾਸ ਦਾ ਤੇ ਲੋਹੇ ਦਾ ਕਰ ਲਓ ਪੁੱਤ। ਗਲਾਸ ਕੀ ਹੋ ਗਿਆ? ਰੇਅਰ, ਤੇ ਲੋਹਾ ਕੀ ਹੋ ਗਿਆ? ਡੈਂਸਰ। ਕਲੀਅਰ ਹੈ? ਜਿਹਦੀ ਪੁੱਤ ਤੁਹਾਡੇ ਕੋਲੇ ਹੁਣ ਖੁਦ ਸੋਚੋ, ਜਿਹੜੀ ਲਾਈਟ ਹੈ ਇਹ ਇੱਕ ਇਲੈਕਟ੍ਰੋਮੈਗਨੈਟਿਕ ਵੇਵ ਹੈ। ਇਹਨੂੰ ਅੱਗੇ ਵਧਣ ਦੇ ਲਈ ਕਿਸੇ ਪ੍ਰਕਾਰ ਦੇ ਮਾਧਿਅਮ ਦੀ ਲੋੜ ਨਹੀਂ ਪੈਂਦੀ, ਕਿਸੇ ਪ੍ਰਕਾਰ ਦੇ ਮੀਡੀਅਮ ਦੀ ਲੋੜ ਨਹੀਂ ਪੈਂਦੀ। ਹੁਣ ਇੱਕ ਤਾਂ ਲਾਈਟ ਦੀ ਕਿਰਨ ਨੇ ਪੁੱਤ ਇੱਥੋਂ ਦੀ ਪਾਸ ਹੋਣਾ, ਐਸ ਮੀਡੀਅਮ ਦੇ ਵਿੱਚ ਦੀ ਪਾਸ ਹੋਣਾ, ਇਦਾਂ ਕਰਕੇ ਐਸ ਮੀਡੀਅਮ ਦੇ ਵਿੱਚ ਦੀ ਪਾਸ ਹੋਣਾ ਕਿਸੇ ਲਾਈਟ ਦੀ ਕਿਰਨ ਨੇ। ਠੀਕ ਹੈ ਜੀ। ਤੇ ਇੱਕ ਲਾਈਟ ਦੀ ਕਿਰਨ ਨੇ ਐਸ ਮੀਡੀਅਮ ਦੇ ਵਿੱਚ ਦੀ ਪਾਸ ਹੋਣਾ ਪੁੱਤ। ਦੋਨੇ ਕੇਸਿਸ ਚੋਂ ਕਿਹੜੇ ਕੇਸ ਦੇ ਵਿੱਚ ਲਾਈਟ ਦੀ ਕਿਰਨ ਤੇਜ਼ੀ ਨਾਲ ਪਾਸ ਹੋ ਜੂ, ਜਲਦੀ ਕਿਹੜੇ ਕੇਸ 'ਚ ਪਾਸ ਹੋ ਜੂਗੀ? ਰੇਅਰ 'ਚ। ਕਿਉਂ? ਡੈਂਸਰ ਕੀ ਕਰੂਗਾ ਪੁੱਤ? ਉਹਨੂੰ ਰੋਕੂਗਾ, ਵਾਰੀ 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 ਰੋਕੂਗਾ। ਓਕੇ ਕੰਮ ਸ਼ੋਰ ਹੋ? ਤਾਂ ਪੁੱਤ ਜਿਹੜਾ ਡੈਂਸਰ ਮੀਡੀਅਮ ਹੁੰਦਾ ਹੈ ਉਹਦੇ ਵਿੱਚ ਲਾਈਟ ਦੀ ਸਪੀਡ ਕੀ ਹੁੰਦੀ ਹੈ ਜੀ? ਸਲੋ ਹੁੰਦੀ ਹੈ ਪੁੱਤ, ਲੋ ਹੁੰਦੀ ਹੈ। ਓਕੇ। ਤੇ ਇਹਦੇ ਵਿੱਚ ਪੁੱਤ ਰੇਅਰ ਦੇ ਵਿੱਚ ਸਪੀਡ ਆਫ ਲਾਈਟ ਕੀ ਹੁੰਦੀ ਹੈ ਜੀ? ਹਾਈ ਹੁੰਦੀ ਹੈ। ਸਪੀਡ ਆਫ ਲਾਈਟ ਕੀ ਹੁੰਦੀ ਹੈ ਪੁੱਤ? ਓਏ ਹਾਈ ਹੁੰਦੀ ਹੈ। ਓਕੇ ਕੰਮ ਸ਼ੋਰ ਹੋ? ਸ਼ੋਰ ਹੋ? ਕਲੀਅਰ ਹੈ ਜੀ ਕੰਮ? ਪੱਕਾ ਕਲੀਅਰ ਹੈ? ਇੱਕ ਪੁੱਤ ਲਿਖ ਲਓ ਸਟੈਂਡਰਡ ਰੇਅਰ ਮੀਡੀਅਮ। ਸਟੈਂਡਰਡ ਰੇਅਰ ਮੀਡੀਅਮ। ਸਟੈਂਡਰਡ ਰੇਅਰ ਮੀਡੀਅਮ ਜਿਹੜਾ 에ਅਰ ਹੈ ਬਹੁਤ ਤੁਹਾਡੀ, ਜਿਹੜੀ ਤੁਹਾਡੀ 에ਅਰ ਹੈ ਇਹਨੂੰ ਤੁਸੀਂ ਹਮੇਸ਼ਾ ਹੀ ਕੀ ਕੰਸੀਡਰ ਕਰੋਗੇ ਜੀ? ਸਟੈਂਡਰਡ ਰੇਅਰ ਮੀਡੀਅਮ ਕੰਸੀਡਰ ਕਰੋਗੇ। ਇਹਨੂੰ ਤੁਸੀਂ ਹਮੇਸ਼ਾ ਹੀ ਕੀ ਕੰਸੀਡਰ ਕਰੋਗੇ? ਸਟੈਂਡਰਡ ਰੇਅਰ ਮੀਡੀਅਮ ਕੰਸੀਡਰ ਕਰੋਗੇ। ਹੋ ਹੀ ਨਹੀਂ ਸਕਦਾ ਵੀ ਕਦੇ ਵੀ ਇਹ ਤੁਹਾਡੇ ਕੋਲੇ ਕਿਹੜਾ ਮੀਡੀਅਮ ਬਣ ਜੇ? ਡੈਂਸਰ ਬਣ ਜੇ। ਕਿਸੇ ਵੀ ਨਾਲ ਆ ਜੇ 에ਅਰ ਨੂੰ ਹਮੇਸ਼ਾ ਹੀ ਕੀ ਕੰਸੀਡਰ ਕੀਤਾ ਜਾਊਗਾ ਪੁੱਤ? ਰੇਅਰ ਕੰਸੀਡਰ ਕੀਤਾ ਜਾਊਗਾ। ਸ਼ੋਰ ਹੋ ਇੱਥੋਂ ਤੱਕ? ਚੱਲਾਂ ਅੱਗੇ? ਚਲੋ ਜੀ ਨੈਕਸਟ ਦੇਖੋ ਜੀ। ਹੁਣ ਦੇਖੋ ਪੁੱਤ, ਆਹ ਤੁਹਾਡੇ ਕੋਲੇ ਮੰਨ ਕੇ ਚਲੋ ਰੇਅਰ ਮੀਡੀਅਮ ਹੈ, ਆਹ ਡੈਂਸਰ ਮੀਡੀਅਮ ਹੈ। ਹੁਣ ਮੈਂ ਤੁਹਾਨੂੰ ਕੀ ਕਿਹਾ ਪੁੱਤ ਵੀ ਆਹ ਕੋਈ ਆਹ ਲਾਈਨ ਹੈ, ਦੋ ਮੀਡੀਅਮਾਂ ਨੂੰ ਸੈਪਰੇਟ ਕਰਦੀ ਹੈ। ਉੱਪਰ ਕੋਈ ਮੀਡੀਅਮ ਹੈ, ਨੀਚੇ ਕੋਈ ਮੀਡੀਅਮ ਹੈ। ਆਹ ਕੋਈ ਲਾਈਟ ਦੀ ਕਿਰਨ ਆਈ ਪੁੱਤ, ਆਹ ਕੋਈ ਲਾਈਟ ਦੀ ਕਿਰਨ ਆ ਰਹੀ ਹੈ। ਠੀਕ ਹੈ, ਆ ਕੇ ਇੱਕ ਮਾਧਿਅਮ ਤੋਂ ਦੂਸਰੇ ਮਾਧਿਅਮ ਦੇ ਵਿੱਚ ਜਾ ਰਹੀ ਹੈ। ਹੁਣ ਮੈਨੂੰ ਇੱਕ ਤਾਂ ਪਤਾ ਹੈ ਵੀ ਇਹਨੂੰ ਜਾਣਾ ਕਿਵੇਂ ਚਾਹੀਦਾ ਸੀ ਪੁੱਤ? ਐਸ ਲਾਈਟ ਦੀ ਕਿਰਨ ਨੂੰ ਜੇ ਮੰਨ ਕੇ ਲਓ ਇੱਥੇ ਕੋਈ ਮੀਡੀਅਮ ਨਾ ਹੁੰਦਾ, ਐਂ ਜਾਣਾ ਸੀਗਾ ਇਹਨੇ, ਐਂ ਜਾਣਾ ਸੀ। ਪਰ ਇਹ ਐ ਨਹੀਂ ਜਾਊਗੀ। ਐਂ ਜਾਣ ਦੀ ਬਜਾਏ ਇਹ ਕਿੱਦਾਂ ਜਾਊਗੀ ਪੁੱਤ? ਇਹ ਜਾਂ ਤਾਂ ਐਂ ਟੱਪ ਜੂ ਜਾਂ ਐਂ ਟੱਪ ਜੂ, ਜਿਵੇਂ ਮਰਜ਼ੀ ਟੱਪ ਜੇ। ਤੁਸੀਂ ਦੋਨੇ ਕੇਸਿਸ 'ਚ ਕੀ ਕਹੋਗੇ? ਕੀ ਹੋ ਰਹੀ ਹੈ? ਰਿਫਲੈਕਸ਼ਨ। ਕਿਉਂ? ਔਰ ਰਿਫਰੈਕਸ਼ਨ ਆਪਦੇ ਐਕਚੁਅਲ ਪਾਥ ਤੋਂ ਡਿਫਲੈਕਟ ਹੋ ਗਈ, ਕਹੋਗੇ ਰਿਫਰੈਕਸ਼ਨ ਹੋ ਰਹੀ ਹੈ। ਹੁਣ ਜਿੱਥੇ ਵੀ ਆ ਕੇ ਟਕਰਾਉਂਦੀ ਹੁੰਦੀ ਹੈ ਪੁੱਤ ਲਾਈਟ ਦੀ ਕਿਰਨ, ਉੱਥੇ ਆਪਾਂ ਇੱਕ ਇਮੇਜਨਰੀ ਲਾਈਨ ਖਿੱਚ ਦਿੰਦੇ ਹੁੰਦੇ ਹਾਂ। ਉਸ ਇਮੇਜਨਰੀ ਲਾਈਨ ਨੂੰ ਆਪਾਂ ਕੀ ਕਹਿੰਦੇ ਹੁੰਦੇ ਹਾਂ? ਆਹ ਕੀ ਹੈ ਜੀ? ਆਪਣੀ ਨੋਰਮਲ। ਆਹ ਕੀ ਹੈ ਪੁੱਤ? ਆਪਣੀ ਨੋਰਮਲ। ਤਾਂ ਹੁਣ ਆਹ ਵੀ ਰਿਫਰੈਕਸ਼ਨ ਹੋ ਰਹੀ ਹੈ, ਆਹ ਵੀ ਰਿਫਰੈਕਸ਼ਨ ਹੋ ਰਹੀ ਹੈ। ਮੈਨੂੰ ਕਿਵੇਂ ਪਤਾ ਲੱਗੂ ਪੁੱਤ ਕਿਹੜੇ ਮੀਡੀਅਮ ਵੇਲੇ ਲਾਈਟ ਦੀ ਕਿਰਨ ਇੱਧਰ ਨੂੰ ਮੁੜੂਗੀ, ਕਿਹੜੇ ਮੀਡੀਅਮ ਵੇਲੇ ਲਾਈਟ ਦੀ ਕਿਰਨ ਇੱਧਰ ਨੂੰ ਮੁੜੂਗੀ? ਇਸ ਚੀਜ਼ ਦਾ ਆਨਸਰ ਦੇ ਰਹੀ ਹੈ ਆਪਾਂ ਨੂੰ ਇਹ ਵਾਲੀ ਸਲਾਈਡ। ਇਹ ਸਲਾਈਡ ਕੀ ਕਹਿੰਦੀ ਹੈ? ਕਹਿੰਦੇ ਜਦੋਂ ਕੋਈ ਲਾਈਟ ਦੀ ਕਿਰਨ ਕਿਵੇਂ ਜਾਂਦੀ ਹੈ ਪੁੱਤ? ਰੇਅਰ ਮੀਡੀਅਮ ਤੋਂ ਡੈਂਸਰ ਮੀਡੀਅਮ ਦੇ ਵੱਲ ਨੂੰ ਜਾਂਦੀ ਹੈ।
ਰੇਅਰਰ ਮੀਡੀਅਮ ਤੋਂ ਕਿਹੜੇ ਮੀਡੀਅਮ ਵੱਲ ਨੂੰ ਜਾਂਦੀ ਹੈ, ਡੈਂਸਰ ਮੀਡੀਅਮ ਵੱਲ ਨੂੰ ਜਾਂਦੀ ਹੈ। ਦੇਖੋ ਆਹ ਰੇਅਰਰ ਮੀਡੀਅਮ ਹੈ ਜੀ ਤੁਹਾਡਾ, ਆ ਰਹੀ ਹੈ ਟਕਰਾਈ, ਜਿੱਥੇ ਆ ਕੇ ਟਕਰਾਈ ਆਪਾਂ ਕੀ ਡਰਾ ਕਰਤਾ, ਨਾਰਮਲ। ਹੁਣ ਜਿਹੜੀ ਟਕਰਾਈ ਹੈ ਉਹਨੂੰ ਜਾਣਾ ਕਿਵੇਂ ਚਾਹੀਦਾ ਸੀ ਪੁੱਤ, ਉਹਨੂੰ ਜਾਣਾ ਚਾਹੀਦਾ ਸੀ ਐਦਾਂ, ਐਦਾਂ ਜਾਣਾ ਚਾਹੀਦਾ ਸੀ ਨਾ। ਐਦਾਂ ਜਾਣ ਦੀ ਬਜਾਏ ਉਹ ਰਿਫਰੈਕਟ ਹੋ ਕੇ ਕਿਵੇਂ ਚੱਲ ਗਈ, ਕਿਵੇਂ ਚੱਲ ਗਈ ਪੁੱਤ, ਉਹ ਰਿਫਰੈਕਟ ਹੋਣ ਤੋਂ ਬਾਅਦ ਕਿਵੇਂ ਚੱਲ ਗਈ, ਉਹ ਚੱਲ ਗਈ ਐਦਾਂ। ਤਾਂ ਹੁਣ ਖੁਦ ਸੋਚੋ ਜਿਹੜਾ ਇਹਦਾ ਸਹੀ ਰਾਹ ਸੀਗਾ, ਉਸ ਰਾਹ ਤੋਂ ਇਹ ਨਾਰਮਲ ਤੋਂ ਪਰੇ ਨੂੰ ਮੁੜ ਗਈ ਕਿ ਨਾਰਮਲ ਦੇ ਵੱਲ ਨੂੰ ਮੁੜ ਗਈ, ਨਾਰਮਲ ਦੇ ਵੱਲ ਨੂੰ ਮੁੜ ਗਈ। ਜਦੋਂ ਵੀ ਕੋਈ ਲਾਈਟ ਦੀ ਕਿਰਨ ਟਰੈਵਲ ਕਰਦੀ ਹੈ, ਜਦੋਂ ਵੀ ਕੋਈ ਲਾਈਟ ਦੀ ਕਿਰਨ ਟਰੈਵਲ ਕਰਦੀ ਹੈ ਕਿੱਦਾਂ, ਰੇਅਰਰ ਮੀਡੀਅਮ ਟੂ ਡੈਂਸਰ ਮੀਡੀਅਮ ਦੇ ਵੱਲ ਨੂੰ, ਤਾਂ ਇਹ ਹਮੇਸ਼ਾ ਮੁੜ ਜਾਂਦੀ ਹੈ। ਕਿੱਧਰ ਨੂੰ ਮੁੜ ਜਾਂਦੀ ਹੈ ਪੁੱਤ, ਇਹ ਨਾਰਮਲ ਦੇ ਵੱਲ ਨੂੰ ਮੁੜ ਜਾਂਦੀ ਹੈ। ਕਿੱਧਰ ਨੂੰ ਮੁੜ ਜਾਂਦੀ ਹੈ, ਨਾਰਮਲ ਦੇ ਵੱਲ ਨੂੰ ਮੁੜ ਜਾਂਦੀ ਹੈ। ਸ਼ੋਰ ਹੋ, ਕਲੀਅਰ ਹੈ ਜੀ ਕੰਮ। ਚਲੋ ਅੱਗੇ ਨੈਕਸਟ ਦੇਖੋ ਜੀ, ਨੈਕਸਟ ਪੁੱਤ ਆ ਗਿਆ ਉਲਟ ਲਾ ਲਓ। ਪਹਿਲਾਂ ਕਿਵੇਂ ਆ ਰਹੀ ਸੀ, ਰੇਅਰਰ ਟੂ ਡੈਂਸਰ। ਹੁਣ ਲਾਈਟ ਦੀ ਕਿਰਨ ਕਿਵੇਂ ਆ ਰਹੀ ਹੈ ਪੁੱਤ, ਡੈਂਸਰ ਮੀਡੀਅਮ ਦੇ ਵਿੱਚੋਂ ਆ ਰਹੀ ਹੈ। ਜਿੱਥੇ ਟਕਰਾ ਰਹੀ ਹੈ ਉੱਥੇ ਆਪਾਂ ਕੀ ਡਰਾ ਕਰਤਾ, ਨਾਰਮਲ। ਕੀ ਡਰਾ ਕਰਤਾ ਪੁੱਤ, ਨਾਰਮਲ। ਡੈਂਸਰ ਟੂ ਰੇਅਰਰ ਆ ਰਹੀ ਹੈ। ਜਾਣਾ ਕਿਵੇਂ ਚਾਹੀਦਾ ਸੀ ਪੁੱਤ ਉਸ ਲਾਈਟ ਦੀ ਕਿਰਨ ਨੂੰ, ਜਾਣਾ ਕਿਵੇਂ ਚਾਹੀਦਾ ਸੀ ਰਾਜੇ, ਐਦਾਂ ਜਾਣਾ ਚਾਹੀਦਾ ਸੀ। ਜੇ ਇੱਥੇ ਕੋਈ ਮੀਡੀਅਮ ਨਾ ਹੁੰਦਾ ਤਾਂ ਇੱਦਾਂ ਹੀ ਜਾਂਦੀ, ਸਿੱਧੀ ਜਾਂਦੀ, ਪਰ ਸਿੱਧੀ ਨਾ ਜਾ ਕੇ ਦੂਸਰਾ ਮੀਡੀਅਮ ਹੋਣ ਕਰਕੇ ਕੀ ਹੋ ਗਈ, ਡਿਫਲੈਕਟ ਹੋ ਗਈ, ਉਹਦੀ ਕੀ ਹੋ ਗਈ, ਰਿਫਰੈਕਸ਼ਨ ਹੋ ਗਈ, ਐਦਾਂ ਚੱਲ ਗਈ। ਹੁਣ ਆਪ ਦੱਸੋ ਇਹ ਐਕਚੁਅਲ ਪਾਥ ਤੋਂ ਜਿਹੜਾ ਉਹਦਾ ਵਾਕਈ ਰਾਹ ਸੀਗਾ, ਉਸ ਰਾਹ ਤੋਂ ਨਾਰਮਲ ਦੇ ਵੱਲ ਨੂੰ ਮੁੜੀ ਹੈ ਕਿ ਨਾਰਮਲ ਤੋਂ ਪਰੇ ਨੂੰ ਮੁੜੀ ਹੈ। ਤਾਂ ਜਦੋਂ ਕੋਈ ਲਾਈਟ ਦੀ ਕਿਰਨ ਕਿਵੇਂ ਟਰੈਵਲ ਕਰਦੀ ਹੈ ਪੁੱਤ, ਡੈਂਸਰ ਮੀਡੀਅਮ ਟੂ ਰੇਅਰਰ ਮੀਡੀਅਮ ਟਰੈਵਲ ਕਰਦੀ ਹੈ, ਤਾਂ ਇਹ ਹਮੇਸ਼ਾ ਨਾਰਮਲ ਤੋਂ ਪਰੇ ਨੂੰ ਮੁੜ ਜਾਂਦੀ ਹੈ। ਓਕੇ ਹੈ, ਯਾਦ ਕਿੱਦਾਂ ਰੱਖੋਗੇ, ਦੇਖੋ ਆਪਣੇ 10ਵੀਂ 'ਚ ਬੁੱਕ ਹੁੰਦੀ ਸੀਗੀ ਮੈਥ ਦੀ, ਯਾਦ ਹੋਵੇ ਆਰ.ਡੀ. ਸ਼ਰਮਾ ਹੁੰਦੀ ਸੀ ਨਾ, ਆਰ.ਡੀ. ਸ਼ਰਮਾ ਹੁੰਦੀ ਸੀ। ਹੁਣ ਆਰ.ਡੀ. ਸ਼ਰਮਾ ਦੇ ਵਿੱਚ ਸਵਾਲ ਬਹੁਤ ਜ਼ਿਆਦਾ ਔਖੇ ਹੁੰਦੇ ਸੀ ਪੁੱਤ, ਬਾਹਲੇ ਜ਼ਿਆਦਾ ਔਖੇ ਹੁੰਦੇ ਸੀ। ਜਦੋਂ ਤਾਂ ਆਰ.ਡੀ. ਸ਼ਰਮਾ ਆਪਾਂ ਪੜ੍ਹਨੀ ਹੁੰਦੀ ਸੀ, ਉਦੋਂ ਤਾਂ ਆਪਾਂ ਕੀ ਭਾਜਦੇ ਸੀਗੇ, ਇੱਕ ਦੂਸਰੇ ਦੇ ਵੱਲ ਨੂੰ ਭਾਜਦੇ ਸੀਗੇ, ਟੂ ਵਰਡਸ, ਇੱਕ ਦੂਸਰੇ ਦੇ ਵੱਲ ਨੂੰ ਭਾਜਦੇ ਸੀਗੇ, ਜਾਂ ਮੈਂ ਕਹਿੰਦਾ ਨੀਅਰ, ਇੱਕ ਦੂਸਰੇ ਦੇ ਨੇੜੇ ਹੋ ਕੇ ਬਹਿ ਜਾਂਦੇ ਸੀਗੇ, ਇਕੱਠੇ ਬਹਿ ਕੇ ਕਰ ਲੈਂਦੇ ਹੁੰਦੇ ਸੀਗੇ। ਠੀਕ ਹੈ, ਓਕੇ। ਦੇਖੋ ਜਦੋਂ ਲਾਈਟ ਦੀ ਕਿਰਨ ਜਾ ਰਹੀ ਹੈ ਕਿਹਦੇ ਤੋਂ, ਰੇਅਰਰ ਟੂ ਡੈਂਸਰ, ਤਾਂ ਕਿਵੇਂ ਮੁੜਦੀ ਹੈ, ਟੂ ਵਰਡਸ ਦਾ ਨਾਰਮਲ। ਕਲੀਅਰ ਹੈ ਜੀ। ਹੁਣ ਜਦੋਂ ਕੋਈ ਬੰਦਾ ਆਰ.ਡੀ. ਸ਼ਰਮਾ ਪੜ੍ਹ ਕੇ ਕੀ ਬਣ ਜਾਂਦਾ ਜੀ, ਡਾਕਟਰ ਬਣ ਜਾਂਦਾ, ਡਾਕਟਰ ਬਣ ਜਾਂਦਾ। ਤਾਂ ਜਿਹੜਾ ਡਾਕਟਰ ਹੁੰਦਾ ਹੈ ਪੁੱਤ, ਜਾਂ ਕੋਈ ਵੀ ਡੈਜ਼ਿਗਨੇਟਡ ਅਫਸਰ ਹੈ, ਉਹ ਨਾਰਮਲ ਲੋਕਾਂ ਨਾਲੋਂ ਥੋੜ੍ਹਾ ਜਿਹਾ ਕੀ ਰਹਿਣ ਲੱਗ ਜਾਂਦਾ ਹੈ, ਅਵੇ ਰਹਿਣ ਲੱਗ ਜਾਂਦਾ ਹੈ, ਆਪਦੇ ਆਪ ਨੂੰ ਥੋੜ੍ਹਾ ਜਿਹਾ ਬਾਕੀਆਂ ਨਾਲੋਂ ਕੀ ਕਰ ਲੈਂਦਾ, ਸੈਪਰੇਟ। ਕਹਿਣ ਦਾ ਡਾਕਟਰ ਤੋਂ ਭਾਵ ਕਿ ਜਦੋਂ ਲਾਈਟ ਦੀ ਕਿਰਨ ਕਿਵੇਂ ਜਾਊਗੀ, ਡੈਂਸਰ ਟੂ ਰੇਅਰਰ, ਤਾਂ ਨਾਰਮਲ ਤੋਂ ਕੀ ਜਾਊਗੀ ਜੀ, ਅਵੇ ਜਾਊਗੀ, ਨਾਰਮਲ ਤੋਂ ਕੀ ਜਾਊਗੀ, ਅਵੇ ਜਾਊਗੀ। ਕਲੀਅਰ ਹੈ ਜੀ ਕੰਮ, ਭੁੱਲਦੇ ਤਾਂ ਨਹੀਂ ਦੋਨੇ। ਆਰ.ਡੀ. ਸ਼ਰਮਾ ਪੜ੍ਹਨ ਵੇਲੇ ਕੋਲ ਨੂੰ ਭੱਜਣਾ ਹੈ, ਜਦੋਂ ਡਾਕਟਰ ਲੱਗੇ ਉਦੋਂ ਦੂਰ ਨੂੰ ਭੱਜਣਾ ਹੈ ਜੀ। ਸ਼ੋਰ ਹੋ, ਚਲੋ ਜੀ ਅੱਗੇ ਨੈਕਸਟ ਆ ਗਿਆ ਜੀ ਤੁਹਾਡੇ ਕੋਲੇ ਰਿਫਰੈਕਟਿਵ ਇੰਡੈਕਸ। ਨੈਕਸਟ ਤੁਹਾਡੇ ਕੋਲੇ ਟੌਪਿਕ ਆ ਗਿਆ ਜੀ ਰਿਫਰੈਕਟਿਵ ਇੰਡੈਕਸ। ਰਿਫਰੈਕਟਿਵ ਇੰਡੈਕਸ ਕੀ ਦੱਸਦਾ ਹੈ ਪੁੱਤ, ਰਿਫਰੈਕਟਿਵ ਇੰਡੈਕਸ ਦੱਸਦਾ ਹੈ ਕਿ ਤੁਹਾਡੇ ਕਿਸੇ ਵੀ ਮੀਡੀਅਮ ਦੇ ਵਿੱਚ ਦੀ ਲਾਈਟ ਦੀ ਕਿਰਨ ਕਿੰਨਾ ਕੁ ਤੇਜ਼ ਪਾਸ ਕਰੂਗੀ। ਕੋਈ ਵੀ ਮੀਡੀਅਮ ਦਾ ਜਿਹੜਾ ਰਿਫਰੈਕਟਿਵ ਇੰਡੈਕਸ ਹੋਊਗਾ ਨਾ, ਉਹ ਕੀ ਦੱਸੂਗਾ ਕਿ ਕਿਸੇ ਮੀਡੀਅਮ ਦੇ ਵਿੱਚ ਦੀ ਲਾਈਟ ਦੀ ਕਿਰਨ ਕਿੰਨਾ ਕੁ ਈਜ਼ਲੀ ਪਾਸ ਕਰੂਗੀ, ਕਿੰਨਾ ਕੁ ਈਜ਼ਲੀ ਪਾਸ ਕਰੂਗੀ। ਰਿਫਰੈਕਟਿਵ ਇੰਡੈਕਸ ਨੂੰ ਪੁੱਤ ਰੀਪ੍ਰੈਜ਼ੈਂਟ ਕੀਤਾ ਜਾਂਦਾ ਹੈ ਐਸ ਸਿੰਬਲ ਨਾਲ। ਇਹਦਾ ਮਤਲਬ ਕੀ ਹੈ, ਇਹਨੂੰ ਐਸ ਸਿੰਬਲ ਨੂੰ ਕੀ ਪੜ੍ਹਿਆ ਜਾਂਦਾ ਪੁੱਤ, ਮਿਊ ਪੜ੍ਹਿਆ ਜਾਂਦਾ। ਰਿਫਰੈਕਟਿਵ ਇੰਡੈਕਸ ਨੂੰ ਕਾਹਦੇ ਨਾਲ ਰੀਪ੍ਰੈਜ਼ੈਂਟ ਕਰਦੇ ਆ, ਮਿਊ ਨਾਲ। ਤੇ ਰਿਫਰੈਕਟਿਵ ਇੰਡੈਕਸ ਕੀ ਦੱਸਦਾ ਪੁੱਤ, ਸਪੀਡ ਕਾਹਦੀ, ਲਾਈਟ ਦੀ, ਉਸ ਮੀਡੀਅਮ ਦੇ ਵਿੱਚ ਦੀ। ਰਿਫਰੈਕਟਿਵ ਇੰਡੈਕਸ ਹੁੰਦਾ ਜਿਹੜਾ ਇਨਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਪੁੱਤ ਕਾਹਦੇ, ਸਪੀਡ ਆਫ ਲਾਈਟ ਦੇ। ਇਨਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਬੀ ਦੇ, ਬੀ ਤੋਂ ਕੀ ਭਾਵ ਆ ਜੀ, ਸਪੀਡ ਆਫ ਲਾਈਟ। ਬੀ ਤੋਂ ਕੀ ਭਾਵ ਆ ਜੀ, ਸਪੀਡ ਆਫ ਲਾਈਟ। ਓਕੇ, ਜਿਹੜੀ ਸਬਸਟੈਂਸ ਦਾ ਰਿਫਰੈਕਟਿਵ ਇੰਡੈਕਸ ਹਾਈ ਹੋਊਗਾ, ਹੁਣ ਮੰਨ ਕੇ ਚੱਲੋ ਮੈਨੂੰ ਨਹੀਂ ਪਤਾ ਬਹੁਤਾ ਰਿਫਰੈਕਟਿਵ ਇੰਡੈਕਸ ਕਿਹਦਾ, ਮੈਂ कहता ਦੋ ਮਟੀਰੀਅਲ, ਇੱਕ A ਹੈ ਇੱਕ B ਹੈ। A ਦੇ ਲਈ ਮਿਊ ਦੀ ਵੈਲਿਊ ਕਿੰਨੀ ਹੈ ਜੀ, 1.5 ਹੈ। B ਦੇ ਲਈ ਕਿੰਨੀ ਹੈ ਜੀ, 2 ਹੈ। ਤਾਂ ਮੈਨੂੰ ਇੱਕ ਗੱਲ ਦੱਸੋ, ਦੋਨਾਂ ਦੇ ਵਿੱਚੋਂ ਲਾਈਟ ਈਜ਼ਲੀ ਕਿਹੜੇ ਚੋਂ ਪਾਸ ਕਰ ਜੂ, A ਚੋਂ ਕਿ B ਚੋਂ? ਸਪੀਡ ਕਿਹਦੇ 'ਚ ਜ਼ਿਆਦਾ ਹੋਊਗੀ, A 'ਚ ਜ਼ਿਆਦਾ ਹੋਊਗੀ ਕਿ ਘੱਟ ਹੋਊਗੀ? ਇਹ ਕੀ ਹੈ ਪੁੱਤ, ਇਨਵਰਸਲੀ ਪ੍ਰੋਪੋਰਸ਼ਨਲ ਹੈ। ਇਨਵਰਸਲੀ ਪ੍ਰੋਪੋਰਸ਼ਨਲ ਤੋਂ ਭਾਵ ਕੀ ਹੈ, ਜਿਹੜੇ ਕੇਸ ਦੇ ਵਿੱਚ ਮਿਊ ਦੀ ਵੈਲਿਊ ਜ਼ਿਆਦਾ, ਉਸ ਕੇਸ ਦੇ ਵਿੱਚ ਸਪੀਡ ਕੀ ਹੋਊਗੀ, ਘੱਟ। ਕੀ ਹੋਊਗੀ, ਘੱਟ। ਤਾਂ ਹੁਣ ਜ਼ਿਆਦਾ ਕਿਹੜੇ ਕੇਸ 'ਚ ਹੈ ਪੁੱਤ, B 'ਚ ਜ਼ਿਆਦਾ ਕਿ A 'ਚ? B 'ਚ ਜ਼ਿਆਦਾ ਹੈ ਯਾਰ, B 'ਚ ਜ਼ਿਆਦਾ ਤਾਂ ਸਪੀਡ ਕੀ ਹੋਊਗੀ, B 'ਚ
घट होगी, स्पीड की होगी बी दे विच घट होगी। ओके काम श्योर हो, पक्का श्योर हो, वो पक्का श्योर हो। हुण देखो पुत आपां कोई भी फार्मूला लिखना हुंदा आपां फार्मूला ऐ तां नहीं लिखदे हुंदे, क्या ही लिखदे हैं यार। हुण ऐ ना कहदे भी साडे पिंडां बनी तां ही लिखण दा रिवाज है जी। ਪ੍ਰੋਪੋਰਸ਼ਨਲ ਦੇ ਸਾਈਨ 'ਚ ਤਾਂ ਨਹੀਂ ਲਿਖਦੇ, ਬਰਾਬਰ ਦਾ ਸਾਈਨ ਲਾ ਕੇ ਲਿਖਦੇ ਆ। ਤੇ ਤੁਹਾਨੂੰ ਵੀ ਪਤਾ ਜਦੋਂ ਵੀ ਆਪਾਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਉਣੇ ਆ, ਜਦੋਂ ਵੀ ਆਪਾਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਉਣੇ ਆ ਤਾਂ ਉੱਥੇ ਕੀ ਆਉਂਦਾ ਹੁੰਦਾ, ਇੱਕ ਕੌਂਸਟੈਂਟ ਆਉਂਦਾ ਹੁੰਦਾ। ਤਾਂ ਇੱਥੇ ਕੌਂਸਟੈਂਟ ਕੀ ਆਇਆ, ਸੀ ਆਇਆ। ਕੀ ਕੌਂਸਟੈਂਟ ਆਇਆ ਪੁੱਤ, ਸੀ ਆਇਆ। ਸੀ ਕੀ ਹੈ ਪੁੱਤ, ਸਪੀਡ ਆਫ ਲਾਈਟ ਇਨ ਵੈਕਿਊਮ, ਸਪੀਡ ਆਫ ਲਾਈਟ ਇਨ ਵੈਕਿਊਮ, ਨਿਰਵਾਤ ਦੇ ਵਿੱਚ ਲਾਈਟ ਦੀ ਸਪੀਡ, ਨਿਰਵਾਤ ਦੇ ਵਿੱਚ ਲਾਈਟ ਦੀ ਸਪੀਡ। ਓਕੇ ਕਿੰਨੀ ਹੁੰਦੀ ਹੈ ਪੁੱਤ, ਕਿੰਨੀ ਹੁੰਦੀ ਹੈ ਦੱਸਿਆ ਸੀ ਮੈਂ, ਕਿੰਨੀ ਹੁੰਦੀ ਹੈ, ਇੰਨੀ ਕੀ ਹੁੰਦੀ ਹੈ, ਥੋੜੀ ਜਿਹੀ ਹੁੰਦੀ ਹੈ ਬਸ, ਹੈ ਨਾ ਜਮੀ ਥੋੜੀ ਜਿਹੀ, ਦੇਖੋ ਇੰਨੀ ਕੁ ਹੁੰਦੀ ਹੈ, ਇੰਨੀ ਕੁ ਹੁੰਦੀ ਹੈ, ਠੀਕ ਹੈ ਇੰਨੀ ਕੀ ਹੁੰਦੀ ਹੈ। ਤੇ ਬੀ ਕੀ ਹੈ ਪੁੱਤ, ਬੀ ਕੀ ਹੈ ਫਿਰ, ਹਾਂ ਜਿਹੜੇ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਕੱਢ ਰਹੇ ਹੋ ਉਸ ਮੀਡੀਅਮ ਦੇ ਵਿੱਚ ਸਪੀਡ ਆਫ ਲਾਈਟ, ਸਪੀਡ ਆਫ ਲਾਈਟ in that particular medium, in that particular medium ਉਸ ਪਾਰਟੀਕੂਲਰ ਮੀਡੀਅਮ ਦੇ ਵਿੱਚ ਲਾਈਟ ਦੀ ਸਪੀਡ, ਜਿਹਦੇ ਵਿੱਚ ਆਪਾਂ ਕੀ ਕੈਲਕੂਲੇਟ ਕਰਨਾ ਚਾਹ ਰਹੇ ਹਾਂ ਪੁੱਤ, ਕੀ ਕੈਲਕੂਲੇਟ ਕਰਨਾ ਚਾਹ ਰਹੇ ਹਾਂ, ਜਿਹਦਾ ਰਿਫਰੈਕਟਿਵ ਇੰਡੈਕਸ ਕੈਲਕੂਲੇਟ ਕਰਨਾ ਚਾਹ ਰਹੇ ਹਾਂ। ਕਲੀਅਰ ਹੈ ਰਾਜੇ, ਸ਼ੋਰ ਹੋ। ਚਲੋ ਅੱਗੇ ਹੁਣ ਦੇਖੋ ਜੀ, ਹੁਣ ਦੇਖੋ ਤੁਹਾਡੇ ਕੋਲੇ ਪੁੱਤ ਇੱਥੇ ਸਪੀਡ ਆਫ ਲਾਈਟ ਦਿੱਤੀ ਹੋਈ ਹੈ, ਸਪੀਡ ਆਫ ਲਾਈਟ ਦਿੱਤੀ ਹੋਈ ਹੈ। ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਕੱਢਣਾ ਚਾਹੁੰਦਾ ਹੈ ਰਿਫਰੈਕਟਿਵ ਇੰਡੈਕਸ ਪੁੱਤ ਕਾਹਦਾ, ਏਅਰ ਦਾ। ਤਾਂ ਏਅਰ ਦਾ ਰਿਫਰੈਕਟਿਵ ਇੰਡੈਕਸ ਕਾਹਦੇ ਬਰਾਬਰ ਆਜੂ, ਸੀ ਬਟਾ ਬੀ। ਸੀ ਦੀ ਵੈਲੋਸਿਟੀ, ਸੀ ਕੀ ਹੈ ਪੁੱਤ, ਸਪੀਡ ਆਫ ਲਾਈਟ ਇਨ ਵੈਕਿਊਮ। ਵੈਕਿਊਮ ਦੇ ਵਿੱਚ ਕਿੰਨੀ ਹੁੰਦੀ ਹੈ, 3.0 10 ਦੀ ਪਾਵਰ 8 ਮੀਟਰ ਪਰ ਸੈਕਿੰਡ। ਤੇ ਪੁੱਤ ਏਅਰ ਦੇ ਵਿੱਚ ਵੀ ਕਿੰਨੀ ਹੁੰਦੀ ਹੈ, ਏਅਰ 'ਚ ਆਪਾਂ ਐਗਜ਼ੈਕਟਲੀ ਇੰਨੀ ਲਿਖ ਦਿੰਦੇ ਹਾਂ, ਪਰ ਪੁੱਤ ਐਗਜ਼ੈਕਟਲੀ ਕਿੰਨੀ ਹੁੰਦੀ ਹੈ, 2.98 10 ਦੀ ਪਾਵਰ 8 ਮੀਟਰ ਪਰ ਸੈਕਿੰਡ ਹੁੰਦੀ ਹੈ। ਓਕੇ ਪਰ ਆਪਾਂ 3 ਲਿਖ ਸਕਦੇ ਹਾਂ, ਜੇ 3 ਲਿਖ ਸਕਦੇ ਹਾਂ ਇੱਥੇ 3 ਲਿਖ ਦਿਓ। ਕੱਟ ਕੇ ਕਿੰਨਾ ਆ ਗਿਆ ਪੁੱਤ, ਕੱਟ ਕੇ ਕਿੰਨੀ ਆ ਗਈ ਰਿਫਰੈਕਟਿਵ ਇੰਡੈਕਸ ਦੀ ਵੈਲਿਊ 1, ਕਿੰਨੀ ਆ ਗਈ 1 ਆ ਗਈ। ਓਕੇ ਸਿਮਿਲਰਲੀ ਪੁੱਤ ਨੈਕਸਟ ਕੇਸ ਦੇ ਵਿੱਚ ਮੈਂ ਰਿਫਰੈਕਟਿਵ ਇੰਡੈਕਸ ਕੈਲਕੂਲੇਟ ਕਰਨਾ ਚਾਹੁੰਦਾ ਕਾਹਦਾ, ਲੈਟਸ ਸੇ ਮੈਂ ਕਰਨਾ ਚਾਹੁੰਦਾ ਜੀ ਗਲਾਸ ਦਾ। ਗਲਾਸ ਦਾ ਕਰਨ ਦੇ ਲਈ ਮੈਨੂੰ ਕੀ ਕਰਨਾ ਪਊ ਪੁੱਤ, ਸਪੀਡ ਆਫ ਲਾਈਟ ਇਨ ਵੈਕਿਊਮ ਬਟਾ ਸਪੀਡ ਆਫ ਲਾਈਟ ਇਨ ਗਲਾਸ, ਦੋਨਾਂ ਨੂੰ ਕੀ ਕਰ ਦੂੰਗਾ ਡਿਵਾਈਡ, 10 ਦੀ ਪਾਵਰ ਦਾ 8 ਨਾਲ 10 ਦੀ ਪਾਵਰ 8 ਕੱਟਿਆ ਗਿਆ, 3/2 ਨਾਲ 3 ਨਾਲ 2 ਕੱਟਿਆ ਪੁੱਤ ਕੀ ਆ ਜਾਊਗਾ 1.5। ਤਾਂ ਇੱਥੇ ਰਿਫਰੈਕਟਿਵ ਇੰਡੈਕਸ ਕੀ ਆ ਗਿਆ ਪੁੱਤ ਉਹਦਾ 1.5। ਓਕੇ ਸਿਮਿਲਰਲੀ ਮੈਂ ਵਾਟਰ 'ਚ ਕੱਢੀ ਪੁੱਤ, ਵਾਟਰ ਦੇ ਵਿੱਚ ਕਿੰਨੀ ਸਪੀਡ ਹੁੰਦੀ ਹੈ ਜੀ, 2.25 ਹੁੰਦੀ ਹੈ ਪੁੱਤ। ਵਾਟਰ ਦੇ ਵਿੱਚ ਕਿੰਨੀ ਹੁੰਦੀ ਹੈ, 2.25 ਹੁੰਦੀ ਹੈ। ਤਾਂ ਇਹਦਾ ਰਿਫਰੈਕਟਿਵ ਇੰਡੈਕਸ ਕੱਢਿਆ, ਇਹਦਾ ਕਿੰਨਾ ਆ ਜਾਊਗਾ 1.33 ਆ ਜਾਊਗਾ ਜੀ। ਓਕੇ ਸਿਮਿਲਰਲੀ ਡਾਇਮੰਡ ਹੈ, ਡਾਇਮੰਡ ਦੇ ਵਿੱਚ ਪੁੱਤ ਲਾਈਟ ਦੀ ਸਪੀਡ ਕਿੰਨੀ ਹੁੰਦੀ ਹੈ, 1.25 10 ਦੀ ਪਾਵਰ 8 ਹੁੰਦੀ ਹੈ। ਇਹਦਾ ਰਿਫਰੈਕਟਿਵ ਇੰਡੈਕਸ ਕੱਢੋਗੇ ਕਿੰਨਾ ਆ ਜਾਊਗਾ ਜੀ 2.41 ਆ ਜਾਊਗਾ। ਓਕੇ ਕੰਮ ਇਹ ਚਾਰੇ ਰਿਫਰੈਕਟਿਵ ਇੰਡੈਕਸ ਤੇ ਸਪੀਡ ਆਫ ਲਾਈਟ ਇਹਨਾਂ ਚਾਰੇ ਮੀਡੀਅਮਾਂ ਦੇ ਵਿੱਚ ਇੰਪੋਰਟੈਂਟ ਹੈ, ਇਹ ਤੁਹਾਨੂੰ ਐਜ਼ ਇਟ ਇਜ਼ ਐਜ਼ ਯਾਦ ਰੱਖਣੇ ਪੈਣਗੇ, ਇੰਪੋਰਟੈਂਟ ਹੈ, ਇਹਨਾਂ 'ਚੋਂ ਕੁਐਸਚਨ ਬਣ ਜਾਂਦਾ ਹੁੰਦਾ ਪੁੱਤ। ਸ਼ੋਰ ਹੋ ਰਿਫਰੈਕਟਿਵ ਇੰਡੈਕਸ ਕੀ ਦੱਸਦਾ, ਇਹ ਚੀਜ਼ ਕਲੀਅਰ ਹੋ ਗਈ, ਪੱਕਾ ਹੋ ਗਈ, ਪੱਕਾ ਹੋ ਗਈ। ਹੁਣ ਦੇਖੋ ਧਿਆਨ ਨਾਲ, ਜਿਹਦਾ ਰਿਫਰੈਕਟਿਵ ਇੰਡੈਕਸ ਸਾਰਿਆਂ ਨਾਲੋਂ ਘੱਟ ਪੁੱਤ ਉੱਥੇ ਲਾਈਟ ਦੀ ਸਪੀਡ ਸਾਰਿਆਂ ਨਾਲੋਂ ਜ਼ਿਆਦਾ, ਜਿਹਦਾ ਉਦੋਂ ਜ਼ਿਆਦਾ ਰਿਫਰੈਕਟਿਵ ਇੰਡੈਕਸ ਉੱਥੇ ਉਦੋਂ ਘੱਟ। ਜਿਵੇਂ ਜਿਵੇਂ ਵਧੀ ਜਾਂਦਾ ਉਵੇਂ ਸਪੀਡ ਕੀ ਹੋਈ ਜਾਂਦੀ ਹੈ, ਘਟੀ ਜਾਂਦੀ ਹੈ। ਓਕੇ ਹੁਣ ਇੱਕ ਗੱਲ ਦੱਸੋ, ਕਿਸੇ ਵੀ ਸਬਸਟੈਂਸ ਦਾ ਸਭ ਤੋਂ ਘੱਟ ਰਿਫਰੈਕਟਿਵ ਇੰਡੈਕਸ ਕਿੰਨਾ ਹੋ ਸਕਦਾ ਤੇ ਕਿਹਦਾ ਹੋਊਗਾ, ਸਭ ਤੋਂ ਘੱਟ ਰਿਫਰੈਕਟਿਵ ਇੰਡੈਕਸ ਕਿੰਨਾ ਹੋ ਸਕਦਾ ਤੇ ਕਿਹਦਾ ਹੋਊਗਾ, ਕਿਹੜੇ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਸਾਰਿਆਂ ਨਾਲੋਂ ਘੱਟ ਹੋ ਸਕਦਾ ਤੇ ਕਿਹਦਾ ਹੋਊਗਾ, ਜਲਦੀ ਜਲਦੀ ਆਨਸਰ ਕਰੋ।
हाँ पुੱਤ, सब तो घट रिफ्रैक्टिव इंडैक्स की जी मिनीमम वैल्यू है वो कितनी होगी जी, 1 होगी। इदू घट रिफ्रैक्टिव इंडैक्स नहीं हो सकता। ओके, तो सब तो ज़्यादा लाइट की स्पीड तेज काहदे च होगी, एयर दे विच होगी। स्पीड ऑफ लाइट जे मैं मीडियमां दे विचों गल करां तां किहड़े मीडियम दे विच स्पीड ऑफ लाइट मैक्सीमम हुंदी है जी, वो काहदे च हुंदी है पुੱਤ, एयर च हुंदी है। यही कारण है कि एयर नूं आपां हमेशा की मंनदे हुंदे आ, दस्सिया होया पुੱਤ तुहानूं, स्टैंडर्ड रेयर मीडियम, स्टैंडर्ड रेयर मीडियम, स्टैंडर्ड रेयर मीडियम। आपां हमेशा की कंसिडर करने हुंदे एयर नूं, स्टैंडर्ड रेयर मीडियम ही कंसिडर करना हुंदा। श्योर हो, पक्का श्योर हो जी, जमा जी। चलना अगे, चलो जी अगे। नैक्सट आ गई जी लॉज ऑफ रिफ्रैक्शन। लॉज ऑफ रिफ्रैक्शन तुहाडे ध्यान होवे, आपां रिफ्लैक्शन दे लॉज पढ़े सी ना पुੱਤ, पढ़े सी। रिफ्लैक्शन दे लॉ, पहला लॉ की कहंदा सीधा, इंसीडेंट रे दा, रिफ्लैक्टेड रे ते नॉर्मल तिन्ने इक्को प्लेन सरफेस दे विच होणीਆਂ ਚਾਹੀਦੀਆਂ। ਤਾਂ ਇਹਦਾ ਵੀ ਪਹਿਲਾ लॉ की है पुੱਤ, दी इंसीडेंट रे, दी रिफ्रैक्टेड रे एंड दी नॉर्मल टू द सरफेस ऑल लाई इन सेम प्लेन। आ किहड़ी रे है पुੱਤ ਤੁਹਾਡੀ, इंसीडेंट रे। आ किहड़ी है पुੱਤ ਤੁਹਾਡੀ, रिफ्लैक्टेड रे। ਤੇ ਜਿੱਥੇ ਆ ਕੇ इंसीडेंट ਟਕਰਾਵੇ ਉੱਥੇ ਆਪਾਂ ਇਮੇਜਨਰੀ ਲਾਈਨ ਖਿੱਚ ਦਿੰਦੇ ਹੁੰਦੇ ਆ। ਉਸ ਇਮੇਜਨਰੀ ਲਾਈਨ ਨੂੰ ਕੀ ਕਹਿੰਦੇ ਹੁੰਦੇ ਆ ਪੁੱਤ ਆਪਾਂ, ਉਸ ਇਮੇਜਨਰੀ ਲਾਈਨ ਨੂੰ ਕੀ ਕਿਹਾ ਜਾਂਦਾ ਜੀ, ਨੋਰਮਲ। ਇਹ ਤਿੰਨੇ ਰੇਜ਼ ਕੀ ਹੋਣੀਆਂ ਚਾਹੀਦੀਆਂ, ਇੱਕੇ ਹੀ ਪਲੇਨ ਦੇ ਵਿੱਚ ਹੋਣੀਆਂ ਚਾਹੀਦੀਆਂ, ਇੱਕੇ ਹੀ ਸਮਤਲ ਦੇ ਵਿੱਚ ਹੋਣੀਆਂ ਚਾਹੀਦੀਆਂ। ਇਦਾਂ ਨਹੀਂ ਹੈਗਾ ਵੀ ਕੋਈ ਇੱਕ ਰੇ ਕਿਤੇ ਤੁਰੀ ਫਿਰੇ, ਦੂਸਰੀ ਰੇ ਕਿਤੇ ਤੁਰੀ ਫਿਰੇ। ਸ਼ੋਰ ਹੋ ਪੁੱਤ ਇੱਥੇ ਤੱਕ, ਜਮਾ ਸ਼ੋਰ ਹੋ, ਪੱਕਾ। ਚੱਲਾਂ ਅੱਗੇ। ਸੈਕਿੰਡ ਲਾ ਉਹਦਾ ਕੀ ਸੀਗਾ ਪੁੱਤ, ਉਹ ਰਿਫਲੈਕਸ਼ਨ ਦਾ ਸੈਕਿੰਡ ਲਾ ਕੀ ਸੀਗਾ ਵੀ ਐਂਗਲ ਆਈ ਜਿਹੜਾ ਬਰਾਬਰ ਹੁੰਦਾ ਜੀ ਐਂਗਲ ਆਰ ਦੇ। ਐਂਗਲ ਆਈ ਜਿਹੜਾ ਬਰਾਬਰ ਹੁੰਦਾ ਕਾਹਦੇ, ਐਂਗਲ ਆਰ ਦੇ। ਤਾਂ ਇਹਦਾ ਸੈਕਿੰਡ ਲਾ ਵੀ ਕੀ ਹੋਊਗਾ ਫਿਰ, ਸੇਮ ਹੋਊਗਾ ਕਿ ਫਰਕ ਹੋਊਗਾ, फर्क होगा पुੱਤ, ऑब्वियसली गल है फर्क होगा। क्यों, क्योंकि देखो आ लाइट की किरण आ रही है, आ लाइट की किरण आ रही है, ठीक है पुੱਤ। जे तो यह बिना मुड़े ऐदा ही चल जाती, सीधी चल जाती पुੱਤ, फिर तो आ दोने एंगल की हो जाते सेम। हुण ये दोने एंगल की होणगे, सेम नहीं होणगे। सैकेंड लॉ नूं ही दूसरा नाम की दिता जाता है पुੱਤ, सैकेंड लॉ का ही दूसरा नाम है जी स्नैल्स लॉ। की कह दिता जाता, स्नेल्स लॉ। सैकेंड लॉ का ही दूसरा नाम है पुੱਤ ये स्नेल्स लॉ। सैकेंड लॉ का दूसरा नाम की है, स्नेल्स लॉ। स्नेल्स लॉ की कहता पुੱਤ, कहता देखो कोई एक मीडियम है जी, कोई दूसरा मीडियम है। एक मीडियम दे विचों हुण पुੱਤ ये मीडियम 1 है तो इसका रिफ्रैक्टिव इंडैक्स कितना होगा, मैं इमेजिन कर लिया जी कितना होगा, μ1। आ कोई दूसरा मीडियम है जी, इसका रिफ्रैक्टिव इंडैक्स कितना होगा, μ2। ऐदां ही होगा पुੱਤ, ऐदां ही होगा। आ किहड़ी रे है पुੱਤ तुहाडे कोले, इंसीडेंट रे। आ की है पुੱਤ तुहाडे कोले, नॉर्मल। नॉर्मल अते इंसीडेंट रे दे विचकार किहड़ा एंगल बनदा हुंदा, इस एंगल नूं की कहणे हुंदे हो पुੱਤ तुसीं, एंगल ऑफ इंसीडेंस। पुੱਤ आ की है तुहाडी, आ रे नूं की कहोगे, आ की है तुहाडी, रिफ्लैक्टेड रे। आ किहड़ी रे है पुੱਤ, रिफ्रैक्टेड रे। रिफ्रैक्टेड रे ते नॉर्मल दे विचकार वाले एंगल नूं की कहा जाता, एंगल ऑफ रिफ्रैक्शन। एंगल ऑफ रिफ्रैक्शन यही कहा जाता पुੱਤ, ऐदां ही हुंदा, ऐदां ही हुंदा। हुण एक गल देखो, स्नेल्स लॉ की कहंदा, स्नेल्स लॉ रिलेशनशिप दसदा पुੱਤ काहदे च, तुहाडे रिफ्रैक्टिव इंडैक्स ते होर काहदे च पुੱਤ, तुहाडे एंगलां दे रेशो दे विच किदां दसदा। देखो स्नेल्स लॉ की कहंदा पुੱਤ, स्नेल्स लॉ कहंदा μ1। μ1 की है पुੱਤ, माड़ा दस्सिओ मैनूं। रिफ्रैक्टिव इंडैक्स ऑफ मीडियम 1 जिहदे चों रे आ रही है, वो च एंगल किहड़ा बनिया सीगा पुੱਤ, आई बनिया सी ना, आई दा साइन, आई दी साइन दी रेशो कहंदा बराबर होऊगी काहदे, μ2 साइन आर दे। आह पुੱਤ तुहाडे कोले स्नेल्स लॉ, आ है स्नेल्स लॉ तुहाडे कोले। पहला पुੱਤ मीडियम, ਉਹਦਾ रिफ्रैक्टिव इंडैक्स, ਉੱਥੇ ਜਿਹੜਾ बन रहा एंगल ਉਹਦਾ साइन, ਉਹਦੀ रेशो बराबर होगी, वो बराबर होगा काहदे बराबर होगा,
दूसरे एंगल दे सॉरी दूसरे मीडियम दे रिफ्रैक्टिव इंडैक्स गुणा उत्थे जिहड़ा एंगल बन रहा ਉਹਦੇ साइन दी रेशो दे। ओके है जी काम ओके है। इत्थों मैं की ड्राइव कर लिया, इत्थों मैं ड्राइव कर लिया पुत μ1 बटा पुत μ2 बराबर होगा कादे साइन आर बटा साइन आई दे। ओके हुण आ एक गल दसो, एक गल दसो किसी भी सबसटेंस का जिहड़ा रिफ्रैक्टिव इंडैक्स हुंदा ये एक कॉन्सटेंट नंबर हुंदा कि बारी बारी बदलदा रहिंदा है पुत। रिफ्रैक्टिव इंडैक्स हुंदा जिहड़ा रिफ्रैक्टिव इंडैक्स कड्ढण दा फार्मूला की हुंदा सी बटा बी। ये एक कॉन्सटेंट नंबर हुंदा कि वेरीएबल हुंदा? कॉन्सटेंट हुंदा पुत। हर सबसटेंस का इक्को ही रिफ्रैक्टिव इंडैक्स हुंदा। पानी दे मैं तुहानूं 3-4 रिफ्रैक्टिव इंडैक्स तो नहीं लिखाया, इक्को ही लिखाया। डायमंड का भी इक्को ही लिखाया, गलास का भी इक्को ही लिखाया, एयर का भी इक्को ही लिखाया। पुत मैं एक मीडियम की गल कर रहा, एक मीडियम का रिफ्रैक्टिव इंडैक्स तो फिक्स होंदा है, तो मतलब u1 की वैल्यू μ1 की वैल्यू की होगी कॉन्सटेंट। सिमिलरली कोई जिहड़ा दूसरा मीडियम है ਉਹਦਾ रिफ्रैक्टिव इंडैक्स भी की होगा कॉन्सटेंट। हुण दो नंबर है पुत मेरे को कदे नहीं बदल रहे, दो नंबर मेरे को कदे नहीं बदल रहे। लेट से कोई पुत एक नंबर x है, एक नंबर y है, मैनू इन्हां नूं कट के आंसर दे विच z आ रहा है। आंसर की आ रहा पुत इन्हां दा कट्टण तों बाद z। मैं इन्हां नूं 100 वारी कट्टां जो इन्हां दीयां वैल्यूज़ नहीं बदल रही x ते y दीयां, आंसर हर वारी z आऊगा कि कदे a भी आ सकदा? आंसर हर वारी z आऊगा, आंसर फिक्स आऊगा। दैट मीनस जे ये दोनों नंबर सेम है पुत कॉन्सटेंट है, ये दोनों नंबर कॉन्सटेंट है, तो जी इन्हां दी रेशो होगी, जी इन्हां दी की होगी रेशो ही होगी पुत। कट्टण दा मतलब वो भी की होगी फिर कॉन्सटेंट, वो भी की होगी पुत कॉन्सटेंट होगी या नहीं होगी? होगी। निक्के हुंदे ने एक रूल तो पढ़िया होना, मैथ च करदे हुंदे सी LHS बराबर RHS, थल्ले लिखदे सी हैंस प्रूवड LHS बराबर RHS, भी जिहड़ी चीज़ सज्जे खब्बे हत्थ उही चीज़ सज्जे हत्थ बराबर होगी लिखदे हुंदे सी। जे आ चीज़ कॉन्सटेंट है तो आ भी की होया, आ भी की होया, तो इधरली वैल्यू भी ऑटोमैटिकली की होगी पुत फिर तुहाडे कोले कॉन्सटेंट होगी। तो हुण सैकेंड लॉ कहना की चाहुंदा है, हुण पता लगूगा पुत। हुण तक तो यह ऐ ला लो भी आपां रट्टा जी दब्बी तुरे आई, इत्थों पता लगू सैकेंड ला के कहना कोई मैं दो मीडियम ले ले, कोई मैं दो मीडियम ले ले, एक μ1 से एक μ2 सी। मैं मीडियम चेंज नहीं कीते, मैं मीडियम चेंज नहीं कीते, उही दो मीडियम रखे। कहना जे आह दोनों मीडियम फिक्स है पुत, मैं नहीं कहता इन्हां दा साइन आई ते एंगल आर बराबर हो, मैं नहीं कहता, पर साइन एंगल आई दे साइन दी ते एंगल आर दे साइन दी दोनों का की ले लिया पुत मैं साइन। उन्होंने दोनों के साइना की जी रेशो होगी वो रेशो की होगी कॉन्सटेंट होगी। ऐदा नहीं है पुत कि एक बारी रेशो 10 आ जे, एक बारी रेशो 4 रह जे, एक बारी 1/2 रह जे, नहीं पुत फिक्स रेशो रहूगी। एंगल जिन्ना मर्जी आई वधाई चलो, जिन्ना मर्जी आई के अकॉर्डिंग आर चेंज होई जावे, जिन्नी रेशो पहले केस च आ गई हर केस दे विच आह वाली जी रेशो आऊगी वो की आऊगी जी कॉन्सटेंट आऊगी, वो की आऊगी कॉन्सटेंट आऊगी। मैं नहीं कहता एंगल आई बराबर होगा, मैं नहीं कह रहा पुत भी एंगल आई बराबर होगा एंगल आर दे, मैं गल कदे भी नहीं कह रहा। मैं की कह रहा, मैं की कह रहा पुत भी जी साइन आर ते साइन आई है, जिहड़ा साइन आर ते साइन आई है कहने दा भाव एंगल ऑफ रिफ्रैक्शन है तो एंगल ऑफ इंसीडेंस है, उन्होंने दोनों के साइन की जी रेशो होगी, उन्होंने दोनों के जोड़े साइन की रेशो होगी किसी भी दो पार्टिकुलर पेयर ऑफ मीडियम के लिए वो हमेशा की होगी पुत कॉन्सटेंट होगी। मैं इन्नी गल कहनी चाहना, इन्नी गल कहनी चाहना। ये कादे लिए कॉन्सटेंट हो? फॉर अ गिवन पेयर ऑफ मीडियम, फॉर अ गिवन पेयर ऑफ मीडियम। ये उन्ना टाइम कॉन्सटेंट रहूगी पुत जिन्ना टाइम दोनों के विचों आपां एक मीडियम चेंज नहीं कर देंगे या दोनों चेंज नहीं कर देंगे। ओके
एंगल आई ते आर कदे बराबर नहीं बनूगा। पर जे दो मीडियम सेम ही रखे आ, मीडियम चेंज नहीं कर रहे, तो उन्होंने साइन आर ते साइन आई की रेशो जी होगी वो की होगी, कॉन्सटेंट होगी। स्नेल्स ला समझ आ गया, पक्का आ गया। स्नेल्स ला तो नहीं भूलते, श्योर हो। आ कुछ नहीं याद रखना पुत, आ नहीं याद रखना, इन्नी चीज़ याद रखनी है। फॉर अ गिवन पेयर ऑफ मीडियम साइन आर बटा साइन आई विल ऑलवेज बी कॉन्सटेंट, हमेशा की होगा कॉन्सटेंट होगा। पर शर्त की है, शर्त की है पुत, पेयर ऑफ मीडियम गिवन हो गई। ऐ नहीं है आप मर्जी नाल कदे कोई मीडियम ला लिया, एक कोई मीडियम ला लिया। ओके जी, कम श्योर हो। चलना अगे, चलना अगे। हुण उदाहरण के तौर पर तुहानूं लो एग्जाम्पल भी दे देना, मैं कला रट्टा नहीं लवाऊंगा, एग्जाम्पल भी दे देना तुहानूं, रट्टा नहीं लवाऊंगा। जिमें कि उदाहरण के तौर पर मैं पहले मीडियम नूं की मान लिया जी, पहले मीडियम नूं मैं की मन्निया। देखो एक कॉमन सेंस ला के दसो पुत, इन्हां दोनों चों किहड़ा डेंसर हो सकता, किहड़ा रेयर हो सकता। नॉर्मल दे वल नूं मुड़ी है, आर डी शर्मा होगी कि डॉक्टर होगा? आर डी शर्मा ही हो ना, आर डी होगी। आ मेरे को किहड़ा मीडियम है, रेयर है। आ किहड़ा मीडियम है पुत, डेंसर है। लैट से मैं इत्थे स्टैंडर्ड रेयर मीडियम ले लिया, एयर ले लिया। एयर की म्यू की वैल्यू कितनी होंदी है जी, 1। तो डेंसर मीडियम दे विच पुत मैं की ले लिया, लैट से मैं तुहाडे कोले की ले लिया जी, ग्लास ले लिया। ग्लास का रिफ्रैक्टिव इंडैक्स कितना होंदा पुत, 3/2 कितना हो गया, 1.5। आही हो गया, वो आही हो गया पक्का। चलांगे तो पुत इन्हां दोनों के विच जिन्ना भी साइन आई ते साइन आर की रेशो होगी वो हमेशा कितनी होगी, काहदे बराबर होगी, वो होगी जी μ1 बटा μ2। μ1 कितना सी पुत, 1, ते μ2 कितना सीगा, 3/2, इन्ने सी। तो रेशो कितनी हो जूगी जी, 2/3। इन्हां दोनों के एंगलों की साइन की रेशो कढ़ी चलियो, जिन्ना मर्जी एंगल ले लियो साइन आई, उस हिसाब नाल ही आर आपे बन जू। उन्होंने दोनों की साइन की रेशो ले लियो, हमेशा कितनी आऊगी, 2/3 ही आऊगी। किदों, जो लाइट की किरण कोई किधरों एंटर करूगी, एयर चो काहदे च एंटर करूगी, ग्लास च। तो उन्होंने साइन आर ते साइन आई की रेशो हमेशा ही की होगी पुत, हमेशा ही की होगी, 2/3 ही होगी। श्योर हो, पक्का, जमा डैम श्योर। चलो अगे नैक्सट देखो बहुत, नैक्सट देखो कंसैप्ट होर समझाना जी तुहानूं मैं। नैक्सट देखो, हो गया आ दो मीडियम है पुत। आ मेरे को हैगा जी रेयर मीडियम, आ मेरे को किहड़ा मीडियम है पुत, डेंसर मीडियम। वो रेयर है किहड़ा पुत, डेंसर। वो डेंसर है, हाँ रेयर है। क्लीयर है कम, श्योर। हुण देखो पुत, हुण देखो मैं एक पॉइंट फिक्स कर लिया, मैं एक पॉइंट फिक्स कर लिया भी जिन्नियां भी रेज आउणगियां वो जस्ट इस पॉइंट दे विच दी ही आउणगियां। मैं एक पॉइंट फिक्स कर लिया, आ कर लिया जी फिक्स भी मैं जिहड़ा नॉर्मल है, मेरे कहण दा भाव की है पुत, जिहड़ा मैं नॉर्मल सी आ की हुंदा पुत, अपना नॉर्मल ही हुंदा। नॉर्मल मैं पहलां ही ड्रॉ कर लिया,
ਨਾਰਮਲ ਮੈਂ ਪਹਿਲਾਂ ਡਰਾ ਕਰਨ ਤੋਂ ਭਾਵ ਕੀ ਰਾਜੇ ਮੈਂ कहता ਵੀ ਜਿਹੜੀਆਂ ਇਨਸੀਡੈਂਟ ਰੇਜ਼ ਹੋਣਗੀਆਂ ਸਾਰੀਆਂ ਕਿਹੜੇ ਪੁਆਇੰਟ ਤੇ ਫੋਕਸਡ ਹੋਣਗੀਆਂ ਇਸ ਪੁਆਇੰਟ ਤੇ ਫੋਕਸਡ ਹੋਣਗੀਆਂ ਓਕੇ ਓਕੇ ਹੁਣ ਪਹਿਲੀ ਲਾਈਟ ਦੀ ਕਿਰਨ ਆਈ ਪੁੱਤ ਇਧਰੋਂ ਪਹਿਲੀ ਲਾਈਟ ਦੀ ਕਿਰਨ ਆਈ ਆ ਕੇ ਟਕਰਾਈ ਠੀਕ ਹੈ ਜੀ ਟਕਰਾਉਣ ਤੋਂ ਬਾਅਦ ਉਹਨੂੰ ਜਾਣਾ ਕਿਵੇਂ ਚਾਹੀਦਾ ਸੀ ਪੁੱਤ ਐਦਾਂ ਜਾਣਾ ਚਾਹੀਦਾ ਸੀ ਸਿੱਧੀ ਜਾਣਾ ਚਾਹੀਦਾ ਸੀਗਾ ਐਦਾਂ ਹੀ ਜਾਣਾ ਚਾਹੀਦਾ ਸੀ ਹੁਣ ਜਾ ਰਹੀ ਹੈ ਡੈਂਸਰ ਟੂ ਰੇਅਰ ਡਾਕਟਰ ਬਣ ਗਿਆ ਡਾਕਟਰ ਬਣ ਕੇ ਬੰਦਾ ਕੀ ਰਹਿੰਦਾ ਬਾਕੀਆਂ ਨਾਲੋਂ ਪਰੇ ਪਰੇ ਹੀ ਰਹਿੰਦਾ ਜੇ ਪੁੱਤ ਪਰੇ ਰਹਿੰਦਾ ਤਾਂ ਦੇਖੋ ਐ ਜਾਣ ਦੀ ਵੇ ਉਹ ਕਿਵੇਂ ਚੱਲ ਗਈ ਐਦਾਂ ਚੱਲ ਗਈ ਜੀ ਮੈਂ ਪੁੱਤ ਐਂਗਲ ਆਈ ਹੋਰ ਵਧਾਤਾ मैं एंगल आई होर बढ़ा दूंगा तो डिफ्लैक्शन होर बढ़ जू आह मेरे को I1 सीगी आह I2 सी सिमिलरली आह R1 सी आह R2 सी जिमें जिमें मैं इधरों बढ़ाई जाऊँ उधरों बढ़ी जाऊँ पुत मैं इधरों होर बढ़ाता एंगल उधरों होर बढ़ गया पुत आह I3 होगी आह R3 होगी तुहाडे कोले ठीक है ओके समझ आई जाता पुत समझ सिमिलरली मैं इत्थों होर बढ़ाता पुत एंगल मैं इत्थों एंगल होर बढ़ाता सब तो पहला I1 सी फिर I2 सी फिर I3 सी आह R1 सी अपनी रिफ्रैक्टेड रे पहली सी या दूजी सी आ तीजी सी इत्थों एंगल I होर बढ़ाता इत्थों एंगल I मैं होर बढ़ाता ਉਹ ਪੁੱਤ ਹੋਰ ज़्यादा ਬੈਂਡ ਹੋ ਗਈ ਆ I4 ਹੋ ਗਿਆ ਆਹ R4 ਹੋ ਗਿਆ ਮੈਂ ਐਂਗਲ I ਹੋਰ ਵਧਾਤਾ ਪੁੱਤ ਠੀਕ ਹੈ ਜੀ ਤਾਂ ਐਂਗਲ ਆਫ ਰਿਫਰੈਕਸ਼ਨ ਸੀ ਜਿਹੜਾ ਐਂਗਲ ਆਫ ਰਿਫਰੈਕਸ਼ਨ ਸੀਗਾ ਕਹਿੰਦਾ ਉਹ ਆਹ ਐਂਗਲ ਹੀ ਬਣੂਗਾ ਪੁੱਤ ਐਂਗਲ ਆਫ ਰਿਫਰੈਕਸ਼ਨ ਆਹੀ ਐਂਗਲ ਬਣੂਗਾ ਆਹੀ ਐਂਗਲ ਬਣੂਗਾ ਪੁੱਤ ਐਂਗਲ ਆਫ ਰਿਫਰੈਕਸ਼ਨ ਦਾ ਨਾਰਮਲ ਦੇ ਨਾਲ ਵਾਲਾ ਆ ਤੁਹਾਡੇ ਕੋਲੇ ਕੀ ਹੈ ਰਿਫਰੈਕਟਡ ਰੇ ਹੈ ਆ ਤੁਹਾਡੇ ਕੋਲੇ ਕੀ ਹੈ ਪੁੱਤ ਰਿਫਰੈਕਟਡ ਰੇ ਹੈ ਆ ਤੁਹਾਡੇ ਕੋਲੇ ਕੀ ਹੈ ਪੁੱਤ ਇਨਸੀਡੈਂਟ ਰੇ ਹੈ ਤੇ ਇਨਸੀਡੈਂਟ ਰੇ ਦਾ ਜਿਹੜਾ ਐਂਗਲ ਮੈਜ਼ਰ ਕਰਦੇ ਹੁੰਦੇ ਉਹ ਆਪਾਂ ਕਿਵੇਂ ਕਰਦੇ ਹੁੰਦੇ ਆ ਇਨਸੀਡੈਂਟ ਰੇ ਅਤੇ ਨਾਰਮਲ ਦੇ ਵਿਚਕਾਰ ਆ ਕੀ ਹੋ ਗਿਆ ਪੁੱਤ ਤੁਹਾਡਾ ਐਂਗਲ I ਆ ਕੀ ਹੋ ਗਿਆ ਤੁਹਾਡਾ ਐਂਗਲ I आ की हो गया वो ਤੁਹਾਡਾ एंगल R आ वाला एंगल की हो गया ਤੁਹਾਡਾ एंगल R ओके कम ਤਾਂ देखो क्रिटिकल एंगल ਨੂੰ ਕਿਵੇਂ ਡਿਫਾਈਨ ਕਰੋਗੇ क्रिटिकल एंगल ਨੂੰ ਡਿਫਾਈਨ ਕਿਵੇਂ ਕੀਤਾ ਜਾਊ ਪੁੱਤ ਉਹ एंगल ऑफ इंसीडेंस ਉਹ एंगल ऑफ इंसीडेंस ਜਿਹਦੇ ਲਈ एंगल R ਦੀ ਵੈਲਿਊ ਕੀ ਬਣ ਜੇ 90 ਡਿਗਰੀ ਬਣ ਜੇ ਉਹ एंगल ऑफ इंसीडेंस ਜਿਹਦੇ ਲਈ एंगल R ਦੀ ਵੈਲਿਊ ਕਿੰਨੀ ਬਣ ਜੇ 90 ਡਿਗਰੀ ਬਣ ਜੇ ਹੁਣ ਦੇਖੋ ਇਹਨੂੰ ਡਿਫਾਈਨ ਕਰਨ ਦਾ ਤਰੀਕਾ ਕੀ ਹੈ ਪੁੱਤ ਡਿਫਾਈਨ ਕਿਵੇਂ ਕਰੋਗੇ ਡਿਫਾਈਨ ਕਰਨ ਦਾ ਤਰੀਕਾ ਕੀ ਹੈ ਡਿਫਾਈਨ ਕਰਨ ਦਾ ਤਰੀਕਾ ਕੀ ਹੈ ਤੁਸੀਂ ਕੀ ਲਿਖੋਗੇ when a light ray when a light ray ट्रैवल्स किधरों ट्रैवल कर दी है पुत किधर नूं जाती है ट्रैवल्स फ्रॉम किहड़े मीडियम तो बोलियो पुत किहड़े मीडियम तो डेंसर टू रेयर ट्रैवल्स फ्रॉम डेंसर मीडियम टू रेयर मीडियम ਜਦੋਂ ਕਹਿੰਦਾ ਲਾਈਟ ਦੀ ਕਿਰਨ ਡੈਂਸਰ ਮੀਡੀਅਮ ਤੋਂ ਕਿਹੜੇ ਮੀਡੀਅਮ ਨੂੰ ਜਾਵੇ ਰੇਅਰਰ ਮੀਡੀਅਮ ਨੂੰ ਜਾਵੇ ਦਾ ਐਂਗਲ ਆਫ ਇਨਸੀਡੈਂਸ ਦੀ ਐਂਗਲ ਆਫ ਇੰਸੀਡੈਂਸ ਦੀ ਐਂਗਲ ਆਫ ਇੰਸੀਡੈਂਸ ਫॉर ਵਿਚ ਜਿਸ ਦੇ ਲਈ ਐਂਗਲ ਆਫ ਰਿਫਰੈਕਸ਼ਨ angle of refraction becomes 90 degree becomes कितने डिग्री पुत 90
डिग्री। दैट एंगल ऑफ इंसिडेंस इज नॉन एज, दैट एंगल ऑफ इंसिडेंस इज नॉन एज क्रिटिकल एंगल, क्रिटिकल एंगल। ਤੇ ਜਿਹਨੂੰ ਆਪਾਂ ਰਿਪਰੈਜ਼ੈਂਟ ਕਰ ਦਿੰਦੇ ਆ ਜੀ ਐਂਗਲ ਸੀ ਦੇ ਨਾਲ। ਤਾਂ ਆ ਜਿਹੜਾ ਤੁਹਾਡਾ ਐਂਗਲ ਆਈ ਸੀ ਜਦੋਂ ਇਹਨੇ 90 ਡਿਗਰੀ ਬਣਾਤਾ ਪੁੱਤ ਐਂਗਲ ਆਰ ਨੂੰ, ਤਾਂ ਹੁਣ ਐਸੇ ਐਂਗਲ ਆਈ ਨੂੰ ਤੁਸੀਂ ਕੀ ਕਹਿ ਦੋਗੇ? ਐਸੇ ਐਂਗਲ ਆਈ ਨੂੰ ਕਿਹਾ ਜਾਊਗਾ ਜੀ ਐਂਗਲ ਸੀ। ਐਂਗਲ ਸੀ ਤੋਂ ਭਾਵ ਕੀ ਹੈ ਰਾਜੇ? ਕ੍ਰਿਟੀਕਲ ਐਂਗਲ। ਕ੍ਰਿਟੀਕਲ ਐਂਗਲ ਕੀ ਹੈ ਰਾਜੇ? ਉਹ ਇਨਸੀਡੈਂਟ ਐਂਗਲ ਜਿਹਦੇ ਲਈ ਐਂਗਲ ਆਫ ਰਿਫਰੈਕਸ਼ਨ ਕਿੰਨਾ ਹੋ ਜੇ ਤੁਹਾਡੇ ਕੋਲੇ? 90 ਡਿਗਰੀ ਹੋ ਜੇ। ਐਂਗਲ ਆਫ ਰਿਫਰੈਕਸ਼ਨ ਕਿੰਨਾ ਹੋ ਜੇ ਪੁੱਤ? 90 ਡਿਗਰੀ ਹੋ ਜੇ। ਕਲੀਅਰ ਹੈ ਪੁੱਤ? पहला कंसैप्ट क्लीयर है, समझ आ गया, पक्का आ गया। चलना अगे। हुण देखो पुत, मैं लाइट दी किरणा भेजी गया जाई गई, भेजी गया जाई गई। सपोज करो कोई लाइट दी किरण इंसीडेंट होवे, कोई लाइट दी किरण आवे, कोई लाइट दी किरण आवे, किद्दां आवे पुत? किद्दां आवे? एंगल आई है जिहड़ा एंगल ऑफ इंसीडेंस है उहदी वैल्यू ज़्यादा होवे, काहदे नालों ज़्यादा होवे पुत? एंगल सी दे नालों। काहदे नालों ज़्यादा होवे? एंगल सी दे नालों। एंगल सी दे नालों। कोई लाइट दी किरण, आह वाली किरण पुत मैं अलग कलर नाल दिखाउण दी कोशिश करदा तुहानूं। आह वाली किरण, आह वाली किरण आ रही है राजे, देखो ਐਸ किरण ਦੇ ਲਈ एंगल आई ਦੀ वैल्यू ਕੀ ਹੈ ਜੀ? सी ਦੇ ਨਾਲੋਂ ਜ਼ਿਆਦਾ ਆ। ਦੇਖੋ ਜਿਹੜਾ ਇਹਦਾ एंगल आई ਬਣ ਰਿਹਾ ਹੈ, ਜਿਹੜਾ ਇਹਦਾ एंगल आई ਬਣ ਰਿਹਾ ਉਹ ਤੋਂ ਜ਼ਿਆਦਾ ਬਣ ਰਿਹਾ ਨਾ सी ਤੋਂ। सी ਤਾਂ ਇੰਨਾ ਹੀ ਹੈ, सी ਤੋਂ ਜ਼ਿਆਦਾ ਬਣ ਰਿਹਾ ਦੇਖੋ ਹੈ ਨਾ। ਤਾਂ ਕੀ ਹੋਊਗਾ? ਉਹ ਲਾਈਟ ਦੀ ਕਿਰਨ ਪਹਿਲਾਂ ਵਾਲੀ ਨੇ ਕਿੰਨੇ ਬਣਾਤਾ ਸੀਗਾ ਬਹੁਤ? एंगल आर 90, ਤੇ ਜੇ ਇਧਰੋਂ आई ਵਧੇ आर ਵੀ ਵਧੂਗਾ ਹੀ। आर ਵਧੂਗਾ ਤਾਂ दैट मीनस ਬਹੁਤ ਲਾਈਟ ਦੀ ਕਿਰਨ ਬਾਹਰ ਜਾਣ ਦੀ ਬਜਾਏ ਵਾਪਸ, ਇਹ किरण बाहर जाने की बजाय वापस सेम मीडियम के विच की आ जाऊगी जी? वापस आ जाऊगी। ये दूसरे मीडियम से जाने की बजाय सेम माध्यम के विच अंदर ही लौट जाऊगी। इस फिनोमिना नूं की कहा जाता है? आ की बन जूगा पुत थोड़ा फिर एंगल आर की हो रही है? एक मीडियम से जा रही है, उस मीडियम के विच वापस आ रही है। तो जो इक्के मीडियम से चीज़ रह जाए आप की कहने की होगी? रिफ्लैक्शन। की होगी? रिफ्रैक्शन नहीं कहते, की कहने आ? रिफ्लैक्शन। ये किसी मीडियम के अंदर ही हो रही है, अंदर ही हो रही है, तां करके इस फिनोमिना नूं नाम दिता जाता है टोटल इंटरनल रिफ्लैक्शन। टोटल इंटरनल रिफ्लैक्शन। टोटल इंटरनल रिफ्लैक्शन की है पुत? मैं तुहाडे कोल डिफाइन कर देना टोटल इंटरनल रिफ्लैक्शन नूं। टोटल इंटरनल रिफ्लैक्शन सेम पुत किवें डिफाइन करोगे? जो लाइट की किरण किवें ट्रैवल करे पुत? वैन आर लाइट रे ट्रैवल्स, किहड़े मीडियम तो किहड़े मीडियम तक पुत? लाइट रे ट्रैवल्स फ्रॉम किहड़े मीडियम तो पुत? दस्सिओ माड़ा जिहा मैनूं, जल्दी दस्सिओ किद्दां आ रही सी? बोल पिया करो यार। फ्रॉम डेंसर मीडियम टू रेयर मीडियम। okay, and its angle of incidence की हो जाए पुत? घट जाए कि बढ़ जाए? एंगल सी तो becomes greater, becomes greater काहदे नालों ज़्यादा हो जाए पुत? then angle of ਜਾਂ एंगल सी, then critical angle, सिंपली लिख लो then critical एंगल, जिन्होंने तुसीं काहदे नाल रिप्रजेंट करते हो पुत? एंगल सी नाल। then that ray
gets reflected and remains in same medium. This phenomena is known as total internal reflection. ऐसे फिनोमिना ਨੂੰ ਕੀ ਨਾਮ ਦਿੱਤਾ ਜਾਂਦਾ? ਬਹੁਤ ਟੋਟਲ ਇੰਟਰਨਲ ਰਿਫਲੈਕਸ਼ਨ ਦਾ ਨਾਮ ਦਿੱਤਾ ਜਾਂਦਾ। ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੈ? ਜਦੋਂ ਐਂਗਲ ਆਈ ਦੀ ਵੈਲਿਊ ਵੱਡੀ ਹੋ ਜਾਏ ਕਾਹਦੇ ਨਾਲੋਂ? ਐਂਗਲ ਸੀ ਦੇ ਨਾਲੋਂ, ਤਾਂ ਲਾਈਟ ਦੀ ਕਿਰਨ ਬਾਹਰ ਜਾਣ ਦੀ ਬਜਾਏ ਵਾਪਸ ਸੇਮ ਮੀਡੀਅਮ ਦੇ ਵਿੱਚ ਹੀ ਲੌਟ ਆਉਂਦੀ ਹੈ। ਐਸ ਫਿਨੋਮੀਨਾ ਨੂੰ ਕੀ ਕਿਹਾ ਜਾਂਦਾ ਪੁੱਤ ਓਏ? ਐਸ ਫਿਨੋਮੀਨਾ ਨੂੰ ਕਿਹਾ ਜਾਂਦਾ ਕਿ ਟੋਟਲ ਇੰਟਰਨਲ ਰਿਫਲੈਕਸ਼ਨ। ਟੋਟਲ ਇੰਟਰਨਲ ਰਿਫਲੈਕਸ਼ਨ। ਕ੍ਰਿਟੀਕਲ ਐਂਗਲ ਕੀ ਹੈ ਪੁੱਤ? ਦੁਬਾਰਾ ਸਮਝਾ ਰਿਹਾ ਦੇਖੋ। ਪਹਿਲਾਂ ਲਾਈਟ ਰੇ ਟਰੈਵਲਸ ਫਰੋਮ ਡੈਂਸਰ ਟੂ ਰੇਅਰਰ ਮੀਡੀਅਮ, ਦ ਐਂਗਲ ਆਫ ਇੰਸੀਡੈਂਸ ਟੂ ਵਿਚ ਦ ਐਂਗਲ ਆਫ ਰਿਫਰੈਕਸ਼ਨ ਬਿਕਮਸ ਕਿੰਨਾ ਪੁੱਤ? 90 ਡਿਗਰੀ ਇਜ਼ ਕਾਲਡ ਕ੍ਰਿਟੀਕਲ ਐਂਗਲ। ਦੇਖੋ ਇਦਾਂ ਜਾ ਰਹੀ ਸੀ। ਉਹ ਐਂਗਲ ਪੁੱਤ ਜਿਹਦੇ ਲਈ ਐਂਗਲ ਆਰ ਦੀ ਵੈਲਿਊ ਕਿੰਨੀ ਬਣ ਜੇ? 90 ਡਿਗਰੀ ਬਣ ਜੇ। ਕਿੰਨੀ ਬਣ ਜੇ? 90। ਉਹਨੂੰ ਤੁਸੀਂ ਕੀ ਕਹੋਗੇ? ਕ੍ਰਿਟੀਕਲ ਐਂਗਲ। ਜਿਵੇਂ ਕਿ ਤੁਹਾਡੇ ਕੋਲੇ ਡਾਇਮੰਡ ਦਾ ਜਿਹੜਾ ਕ੍ਰਿਟੀਕਲ ਐਂਗਲ ਹੁੰਦਾ, ਡਾਇਮੰਡ ਦਾ ਜਿਹੜਾ ਕ੍ਰਿਟੀਕਲ ਐਂਗਲ ਹੁੰਦਾ ਪੁੱਤ ਉਹ ਕਿੰਨਾ ਹੁੰਦਾ? 24 ਡਿਗਰੀ ਹੁੰਦਾ। ਕਿੰਨਾ ਹੁੰਦਾ? 24 ਡਿਗਰੀ। 24 ਡਿਗਰੀ ਹੋਣ ਤੋਂ ਭਾਵ ਕੀ ਹੈ? ਮੰਨ ਕੇ ਚੱਲੋ ਆਹ ਤੁਹਾਡਾ ਕੋਈ ਇੱਧਰਲੀ ਸਾਈਡ ਤੁਹਾਡਾ ਡਾਇਮੰਡ ਪਿਆ ਜੀ, ਇੱਧਰ ਏਅਰ ਹੈ, ਇੱਧਰੋਂ ਆਹ ਟੋਟਲ ਕਿੰਨੀ ਡਿਗਰੀ ਹੈ ਪੁੱਤ? 90। ਹਰੇਕ ਡਿਗਰੀ 'ਤੇ ਮੈਂ ਇੱਕ ਕਿਰਨ ਭੇਜ ਰਿਹਾ, ਹਰੇਕ ਡਿਗਰੀ 'ਤੇ ਇੱਕ ਕਿਰਨ ਭੇਜ ਰਿਹਾ, ਤਾਂ ਕਿੰਨੀਆਂ ਕਿਰਨਾਂ ਹੈ ਪੁੱਤ ਜਿਹੜੀਆਂ ਬਾਹਰ ਜਾਣਗੀਆਂ? ਪਹਿਲੀਆਂ 23 ਕਿਰਨਾਂ ਜਮਾਂ ਬਾਹਰ ਜਾਣਗੀਆਂ। 24ਵੀਂ ਕਿਰਨ ਹੈ ਜਿਹੜੀ ਪੁੱਤ, ਜਿਹੜੀ ਮੈਂ ਇੱਥੋਂ 24 ਡਿਗਰੀ 'ਤੇ ਭੇਜੀ ਹੋਊਗੀ, ਉਹ ਪੁੱਤ ਕਿੰਨੇ ਡਿਗਰੀ ਦਾ ਐਂਗਲ ਬਣਾ ਦੂਗੀ? ਇੱਥੇ 90 ਡਿਗਰੀ ਦਾ ਐਂਗਲ ਬਣਾ ਦੂਗੀ। ਕਿੰਨੇ ਡਿਗਰੀ ਦਾ ਐਂਗਲ ਬਣਾ ਦੂਗੀ? ਤੇ ਜਿਹੜੀ ਮੈਂ ਇੱਥੇ 25 ਡਿਗਰੀ ਐਂਗਲ 'ਤੇ ਭੇਜੂੰਗਾ ਪੁੱਤ, ਜਿਹੜੀ ਮੈਂ ਕਿਰਨ ਇੱਥੇ 25 ਡਿਗਰੀ ਐਂਗਲ 'ਤੇ ਭੇਜੂੰਗਾ, ਉਹ ਬਾਹਰ ਜਾਣ ਦੀ ਬਜਾਏ ਵਾਪਸ ਸੇਮ ਮੀਡੀਅਮ ਦੇ ਵਿੱਚ ਹੀ ਵਾਪਸ ਆ ਜਾਊਗੀ, ਜਿਹਨੂੰ ਤੁਸੀਂ ਕੀ ਕਹੋਗੇ? ਕੀ ਹੋ ਰਹੀ ਹੈ? ਟੋਟਲ ਇੰਟਰਨਲ ਰਿਫਲੈਕਸ਼ਨ। ਤਾਂ ਕੁਐਸਚਨ ਆਉਂਦਾ ਹੁੰਦਾ ਹੈ ਡਾਇਮੰਡ ਦੇ ਚਮਕਣ ਦਾ ਕਾਰਨ ਕੀ ਹੈ? ਕਿਉਂਕਿ ਪੁੱਤ 90 ਦੇ ਵਿੱਚੋਂ ਹੁਣ 24 ਕਿਰਨਾਂ ਕੱਢਿਓ, 66 ਆ ਗਿਆ ਨਾ ਆਨਸਰ। 66 ਕਿਰਨਾਂ ਇੱਦਾਂ ਦੀਆਂ ਜਿਹੜੀਆਂ ਡਾਇਮੰਡ ਦੇ ਵਿੱਚੋਂ ਬਾਹਰ ਜਾਂਦੀਆਂ ਹੀ ਨਹੀਂ, ਵਿੱਚ ਹੀ ਰਹਿੰਦੀਆਂ, ਜਿਹਦੇ ਕਰਕੇ ਆਪਾਂ ਨੂੰ ਡਾਇਮੰਡ ਕੀ ਹੈ? ਚਮਕਦਾ ਹੋਇਆ ਦਿਖਾਈ ਦਿੰਦਾ, ਜਿਹਦੇ ਕਰਕੇ ਆਪਾਂ ਨੂੰ ਡਾਇਮੰਡ ਚਮਕਦਾ ਹੋਇਆ ਦਿਖਾਈ ਦਿੰਦਾ। ਕਲੀਅਰ ਹੈ ਪੁੱਤ? ਸ਼ੋਰ ਹੋ? ਤਾਂ ਪੁੱਛਿਆ ਜਾਂਦਾ ਡਾਇਮੰਡ ਦੇ ਚਮਕਣ ਦਾ ਕਾਰਨ ਕੀ ਹੈ ਪੁੱਤ? ਟੋਟਲ ਇੰਟਰਨਲ ਰਿਫਲੈਕਸ਼ਨ। ਪਾਣੀ ਦੇ ਚਮਕਣ ਦਾ ਕਾਰਨ ਕੀ ਹੈ? ਟੋਟਲ ਇੰਟਰਨਲ ਰਿਫਲੈਕਸ਼ਨ। ਗਲਾਸ ਦੇ ਦਾ ਟੋਟਲ ਇੰਟਰਨਲ ਰਿਫਲੈਕਸ਼ਨ। ਜਿਵੇਂ ਕਿ ਗਲਾਸ ਦਾ ਕ੍ਰਿਟੀਕਲ ਐਂਗਲ ਕਿੰਨਾ ਹੁੰਦਾ ਜੀ? 49। ਤਾਂ ਇੱਥੋਂ ਜਿਹੜੀ 49ਵੀਂ ਕਿਰਨ ਹੋਊਗੀ 49 ਡਿਗਰੀ 'ਤੇ, ਉਹ ਕਿੰਨੇ ਦਾ ਐਂਗਲ ਬਣਾ ਦੂਗੀ? ਇੱਥੇ 90 ਦਾ। ਜਿਹੜੀ ਇਸ ਤੋਂ ਬਾਅਦ 49 ਤੋਂ ਬਾਅਦ 50 ਡਿਗਰੀ 'ਤੇ ਕਿਰਨ ਭੇਜਾਂਗੇ ਪੁੱਤ, ਉਹ ਵਾਪਸ ਅੰਦਰ ਹੀ ਆ ਜਾਊਗੀ। ਤਾਂ ਆਪਾਂ ਕਹਿੰਦੇ ਹਾਂ ਕੀ ਹੋਊਗੀ? ਟੋਟਲ ਇੰਟਰਨਲ ਰਿਫਲੈਕਸ਼ਨ। ਸਿਮਿਲਰਲੀ ਗਲਾਸ ਹੈ, ਗਲਾਸ ਦਾ ਐਂਗਲ ਕਿੰਨਾ ਹੁੰਦਾ ਜੀ? 42 ਡਿਗਰੀ। ਕਿੰਨਾ ਹੁੰਦਾ? ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਚਮਕਦਾਰ ਕਿਹੜਾ ਹੋਊਗਾ ਪੁੱਤ? ਸਭ ਤੋਂ ਜ਼ਿਆਦਾ ਚਮਕਦਾਰ ਕਿਹੜਾ ਹੋਊਗਾ? ਸਭ ਤੋਂ ਜ਼ਿਆਦਾ ਚਮਕਦਾਰ ਕਿਹੜਾ ਹੋਊਗਾ ਇਹਨਾਂ ਤਿੰਨਾਂ ਦੇ ਵਿੱਚੋਂ? ਪਾਣੀ, ਗਲਾਸ ਤੇ ਡਾਇਮੰਡ ਦੇ ਵਿੱਚੋਂ। ਕਾਮਨ ਸੈਂਸ। ਜਿਹਦੇ 'ਚ ਕਿਰਨਾਂ ਸਭ ਤੋਂ ਜ਼ਿਆਦਾ ਅੰਦਰ ਰਹਿੰਦੀਆਂ, ਕਿਹੜੇ ਕੇਸ 'ਚ ਕਿਰਨਾਂ ਸਭ ਤੋਂ ਜ਼ਿਆਦਾ ਅੰਦਰ ਰਹਿੰਦੀਆਂ? ਜਿਹਦਾ ਕ੍ਰਿਟੀਕਲ ਐਂਗਲ ਛੋਟਾ ਹੈ। ਡਾਇਮੰਡ ਦਾ ਕਿੰਨਾ ਹੈ ਜੀ? 24। ਇੱਕ ਤਾਂ ਉਹਦਾ ਕ੍ਰਿਟੀਕਲ ਐਂਗਲ ਛੋਟਾ ਹੁੰਦਾ, ਇੱਕ ਤੁਸੀਂ ਨੋਟ ਕੀਤਾ ਹੋਣਾ ਡਾਇਮੰਡ ਦੀ ਸ਼ੇਪ ਟਿਪੀਕਲ ਹੁੰਦੀ ਹੈ। ਟਿਪੀਕਲ ਸ਼ੇਪ ਹੁੰਦੀ ਹੈ ਡਾਇਮੰਡ ਦੀ। ਐਂ ਤਾਂ ਨਹੀਂ ਹੈਗਾ ਵੀ ਚੌਰਸ ਆਈ ਜਾਂਦੇ ਆ, ਗੋਲ ਆਈ ਜਾਂਦੇ, ਨਹੀਂ, ਇੱਕ ਖਾਸ ਸ਼ੇਪ ਦੇ ਹੁੰਦੇ ਆ। ਕਿਉਂ? ਉਹ ਸ਼ੇਪ ਇਸ ਤਰੀਕੇ ਨਾਲ ਤਰਾਸ਼ਿਆ ਹੁੰਦਾ ਡਾਇਮੰਡ ਨੂੰ ਕਿ ਜ਼ਿਆਦਾਤਰ ਕਿਰਨਾਂ ਦਾ ਜਿਹੜਾ ਐਂਗਲ ਆਫ ਇੰਸੀਡੈਂਸ ਉਹ ਕਿੰਨਾ ਬਣੇ ਪੁੱਤ? 24 ਤੋਂ ਪਲੱਸ ਬਣੇ। ਤਾਂ ਕਰਕੇ ਕਿਰਨਾਂ ਉਹ ਵਾਪਸ ਵਿੱਚੇ ਹੀ ਰਹੀ ਜਾਣ, ਜਿਹਦੇ ਕਰਕੇ ਉਹ ਚਮਕਦਾ ਹੋਇਆ ਦਿਸੇ। ਓਕੇ ਕੰਮ? ਸ਼ੋਰ ਹੋ? ਸ਼ੋਰ ਹੋ? ਤਾਂ ਸਭ ਤੋਂ ਘੱਟ ਕਿਹੜਾ ਹੋਊਗਾ? ਵਾਟਰ। ਕਿਉਂਕਿ ਪੁੱਤ ਉਹਦੇ 'ਚ ਬਹੁਤ ਰੇਅਰ ਕਿਰਨਾਂ ਅੰਦਰ ਰਹਿਣਗੀਆਂ। ਓਕੇ ਜੀ? ਆਲਮੋਸਟ 50 ਕਿਰਨਾਂ ਤਾਂ ਬਾਹਰ ਚੱਲ ਜਾਣਗੀਆਂ, 40 ਕੀ ਅੰਦਰ ਰਹਿਣਗੀਆਂ। ਸ਼ੋਰ ਹੋ? ਓਕੇ ਕੰਮ? ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੈ ਪੁੱਤ? ਟੋਟਲ ਇੰਟਰਨਲ ਰਿਫਲੈਕਸ਼ਨ ਕਦੋਂ ਹੁੰਦੀ ਹੈ? ਇਹ ਵੀ ਮੈਂ ਤੁਹਾਨੂੰ ਪੜ੍ਹਾ ਚੁੱਕਿਆ। ਜਦੋਂ ਤੁਹਾਡੇ ਕੋਲੇ ਇੰਸੀਡੈਂਟ ਐਂਗਲ ਗ੍ਰੇਟਰ ਬਣ ਜੇ, ਜ਼ਿਆਦਾ ਬਣ ਜੇ, ਕਾਹਦੇ ਨਾਲੋਂ? ਕ੍ਰਿਟੀਕਲ ਐਂਗਲ ਨਾਲੋਂ। ਕ੍ਰਿਟੀਕਲ ਐਂਗਲ ਨਾਲੋਂ ਜਦੋਂ ਤੁਹਾਡੇ ਕੋਲੇ ਐਂਗਲ ਆਈ ਦੀ ਜਿਹੜੀ ਵੈਲਿਊ ਹੈ, ਐਂਗਲ ਆਈ ਦੀ ਵੈਲਿਊ ਜ਼ਿਆਦਾ ਹੋ ਜੇ, ਕਾਹਦੇ ਨਾਲੋਂ? ਕ੍ਰਿਟੀਕਲ ਐਂਗਲ ਨਾਲੋਂ। ਤਾਂ ਜਿਹੜੀ ਲਾਈਟ ਦੀ ਕਿਰਨ ਹੈ ਪੁੱਤ, ਉਹ ਡੈਂਸਰ ਮੀਡੀਅਮ ਦੇ ਅੰਦਰ ਹੀ ਰਿਫਲੈਕਟ ਹੋ ਜਾਂਦੀ ਹੈ। ਕੀ ਹੋਣ ਦੀ ਬਜਾਏ? ਰੀਫਰੈਕਟ ਹੋਣ ਦੀ ਬਜਾਏ। ਤੇ ਇਸ ਫਿਨੋਮੀਨਾ ਨੂੰ ਆਪਾਂ ਕੀ ਕਹਿੰਦੇ ਹਾਂ ਜੀ? ਕੀ ਹੋ ਰਹੇ ਆ? ਟੋਟਲ ਇੰਟਰਨਲ
रिफ्लैक्शन हो रही है। की हो रही है? टोटल इंटरनल रिफ्लैक्शन हो रही है। क्लीयर है पुत? क्लीयर है। नैक्सट आप पढ़ांगे रिफ्रैक्शन बाय ਲੈਂਸਸ। ਅੱਜ ਵਾਲੇ ਲੈਕਚਰ ਨੂੰ ਇੱਥੋਂ तक ही रखते हैं सीमित। मिलांगे नैक्सट ਲੈਕਚਰ ਦੇ ਵਿੱਚ। तद तक ਦੇ ਲਈ ਰੱਬ ਰਾਖਾ। थैंक यू सो मच। हाँ जी, सत श्री अकाल जी सारिਆਂ ਨੂੰ। ਕੀ ਹਾਲ ਚਾਲ ਹੈ ਵੀ ਸਾਰਿਆਂ ਦਾ? ਤਾਂ ਦੇਖੋ ਰਾਜੀ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਅਨਾਉਂਸ ਕਰ ਰਿਹਾ ਕਿ 12 ਜੂਨ ਤੋਂ ਆਪਣੇ ਫਿਜ਼ਿਕਸ ਦਾ ਮਾਸਟਰ ਕੈਡਰ ਸਟਾਰਟ ਹੋ ਰਿਹਾ ਅਰੋੜਾ ਕਲਾਸਿਸ ਦੇ ਵਿੱਚ, ਆਫਲਾਈਨ ਵੀ ਤੇ ਆਨਲਾਈਨ ਵੀ। ਕਰੰਟਲੀ ਇਸ ਮਾਸਟਰ ਕੈਡਰ ਦੀ ਜਿਹੜੀ ਫੀਸ ਆ, ਆਨਲਾਈਨ ਫੀਸ ਆ, ਉਹ ਕੇਵਲ ਔਰ ਕੇਵਲ 6500 ਰੁਪਇਆ ਦੇ ਵਿੱਚ ਤੁਹਾਨੂੰ ਇਹ ਅਵੇਲੇਬਲ ਕੀਤਾ ਜਾ ਰਿਹਾ ਹੈ। ਅਰੋੜਾ ਕਲਾਸਿਸ ਜੋ ਕਿ ਆਪਦੇ ਰਿਜ਼ਲਟਸ ਦੇ ਲਈ ਜਾਣਿਆ ਜਾਂਦਾ ਹੈ, ਕੇਵਲ ਔਰ ਕੇਵਲ ਜਿਹੜਾ ਸਾਡਾ ਨਾਮ ਹੈ ਉਹ ਸਾਡੇ ਰਿਜ਼ਲਟਸ ਦੇ ਲਈ ਹੈ। ਤਾਂ ਉੱਥੇ ਤੁਹਾਨੂੰ ਫਿਜ਼ਿਕਸ ਮਾਸਟਰ ਕੈਡਰ ਪੜ੍ਹਨ ਦਾ ਮੌਕਾ ਮਿਲ ਰਿਹਾ। ਇਸ ਮੌਕੇ ਨੂੰ ਅਜਾਈ ਨਾ ਗਵਾ ਦਿਓ। ਦੇਖਿਓ ਕਿਤੇ ਫਿਰ ਬਾਅਦ ਦੇ ਵਿੱਚ ਪਛਤਾਉਣਾ ਪੈ ਜੇ। ਮੈਂ ਕਿਉਂ ਕਹਿ ਰਿਹਾ ਬਾਅਦ ਦੇ ਵਿੱਚ ਪਛਤਾਉਣਾ ਪੈ ਜੇ? ਕਿਉਂਕਿ ਇਸ ਮਾਸਟਰ ਕੈਡਰ ਦੇ ਚਾਰਜਸ ਬਹੁਤ ਜਲਦੀ ਵੱਧ ਕੇ ਕਿੰਨੇ ਹੋਣ ਵਾਲੇ ਹੈ? 10,000 ਹੋਣ ਵਾਲੇ ਆ। ਜਿਵੇਂ ਸ਼ੁਰੂ ਹੋਊਗਾ 12 ਨੂੰ ਇਹਦੇ ਚਾਰਜਸ 10,000 ਹੋ ਜਾਣਗੇ। ਸੋ ਜਲਦੀ ਇਹ ਮਾਸਟਰ ਕੈਡਰ ਦਾ ਬੈਚ ਹੈ ਜਿਹੜਾ ਬਾਏ ਕਰ ਲਓ। ਬਾਏ ਕਿਵੇਂ ਕਰਨਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਸਭ ਤੋਂ ਪਹਿਲਾਂ ਤੁਸੀਂ ਅਰੋੜਾ ਕਲਾਸਿਸ ਦੀ ਜਿਹੜੀ ਅਫੀਸ਼ੀਅਲ ਐਪ ਹੈ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰ ਲੈਣੀ ਹੈ। ਡਾਊਨਲੋਡ ਕਰਨ ਤੋਂ ਉਪਰੰਤ ਉਹਦੇ ਵਿੱਚ ਮੋਬਾਈਲ ਨੰਬਰ ਜਾਂ ਆਪਦੀ ਈਮੇਲ ਆਈਡੀ ਭਰ ਕੇ OTP ਆਊਗਾ। OTP ਪਾ ਕੇ ਲੌਗਇਨ ਕਰ ਲਿਓ। ਤੁਹਾਡੇ ਕੋਲ ਇੱਕ ਇੱਦਾਂ ਦਾ ਇੰਟਰਫੇਸ ਖੁੱਲੂਗਾ। ਇੱਥੇ ਨੀਚੇ ਜਮਾਂ ਸੈਂਟਰ ਦੇ ਵਿੱਚ ਬਟਨ ਹੋਊਗਾ, ਸਟੋਰ ਬਟਨ। ਉਹਦੇ ਤੇ ਕਰਕੇ ਕਲਿੱਕ। ਉੱਪਰ ਸਰਚ ਵਾਲਾ ਬਟਨ ਆਇਆ ਪਿਆ ਹੋਊਗਾ, ਨਾਲ ਕੜਛੀ ਜੀ ਆਈ ਪਈ ਹੋਊਗੀ। ਉਹਦੇ ਤੇ ਕਰ ਲਿਓ ਸਰਚ। ਕੀ ਸਰਚ ਕਰ ਲਿਓ? ਫਿਜ਼ਿਕਸ ਮਾਸਟਰ ਕੈਡਰ। ਫਿਜ਼ਿਕਸ ਮਾਸਟਰ ਕੈਡਰ ਤੁਹਾਡੇ ਕੋਲ ਇੱਕ ਇੰਟਰਫੇਸ ਖੁੱਲ ਜੂਗਾ ਤੇ ਨੀਚੇ ਜੇ ਜਾ ਕੇ ਤੁਹਾਡੇ ਤੋਂ ਰੁਪਏ ਮੰਗੇ ਹੋਣਗੇ। ਕਿੰਨੇ? 6500। ਪਰ ਯਾਰ ਤੁਸੀਂ ਤਾਂ ਸਾਡੇ ਆਪ ਦੇ ਬੰਦੇ ਹੋ, ਥੋਥੋਂ ਅਸੀਂ 6500 ਨਹੀਂ ਲੈਣਾ। ਤੁਸੀਂ ਉਹਨਾਂ ਨੂੰ ਚੁੱਪ ਕਰਕੇ ਕਹਿ ਦਿਓ ਵੀ ਸਾਨੂੰ ਕਿਹਨੇ ਭੇਜਿਆ ਹੋਇਆ? ਬਰਾੜ ਸਰ ਨੇ ਭੇਜਿਆ ਹੋਇਆ। ਤੇ ਕਹਿਣ ਦਾ ਤਰੀਕਾ ਕੀ ਹੈ? ਕੂਪਨ ਕੋਡ ਲਿਖਿਆ ਹੋਊਗਾ ਥੱਲੇ ਬਰੀਕ ਅੱਖਰਾਂ 'ਚ, ਹੈ ਵਾ ਕੂਪਨ ਕੋਡ। ਉੱਥੇ ਭਰ ਦਿਓ ਅਰੋੜਾ 132 ਤੇ ਤੁਹਾਨੂੰ ਉਹ 6500 ਵਾਲਾ ਬੈਚ ਕੇਵਲ ਔਰ ਕੇਵਲ 6000 ਦੇ ਵਿੱਚ ਪੈ ਜਾਊਗਾ। ਜਲਦੀ ਬਾਏ ਕਰ ਲਓ। ਇਹ ਨਾ ਹੋਵੇ ਇਹ 10,000 ਦਾ ਹੋ ਜੇ। ਤੇ ਇੱਕ ਗੱਲ ਹੋਰ ਮੇਰੇ ਤੋਂ ਸੁਣ ਲਓ, ਜੇ ਕੋਈ ਵੀ ਕੰਬੋ ਵੀ ਤੁਸੀਂ ਇਹਦੇ ਨਾਲ ਬਾਏ ਕਰ ਸਕਦੇ ਹੋ। ਜੇ ਕਿਸੇ ਬੱਚੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਮੈਂ 24/7 ਅਵੇਲੇਬਲ ਰਹਿਣਾ ਜੀ ਤੁਹਾਡੇ ਆਪਣੇ ਟੈਲੀਗ੍ਰਾਮ ਚੈਨਲ ਸਾਇੰਸ ਬਾਏ ਬਰਾੜ ਸਰ ਤੇ। ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜੇ ਕੋਈ ਡੇਲੀ ਵਾਲੀ ਮੁਲਾਕਾਤ ਭਾਲਦਾ ਭਾਈ ਤਾਂ ਡੇਲੀ ਵਾਲੀ ਮੁਲਾਕਾਤ ਵੀ ਉਹਨੂੰ ਮਿਲ ਜੂਗੀ। ਕਿੱਥੇ ਮਿਲ ਜੂਗੀ? ਹਰ ਮੈਦਾਨ ਫਤਿਹ ਸੀਰੀਜ਼ ਦੇ ਵਿੱਚ, ਜੋ ਕਿ ਸ਼ਾਮ ਨੂੰ ਰੋਜ਼ ਹੁੰਦੀ ਹੈ। ਕਿੰਨੇ ਵਜੇ? 7 ਵਜੇ। ਕਿਹੜੇ ਚੈਨਲ ਤੇ ਹੁੰਦੀ ਆ? ਅਰੋੜਾ ਕਲਾਸਿਸ ਦਾ ਜਿਹੜਾ ਮੇਨ ਚੈਨਲ ਆ, ਟੀਚਿੰਗ ਐਗਜ਼ਾਮ ਵਾਲਾ ਨਹੀਂ, ਜਿਹੜਾ ਮੇਨ ਚੈਨਲ ਆ। ਸੋ ਮਿਲਦੇ ਆ ਕਲਾਸ ਦੇ ਵਿੱਚ। ਥੈਂਕ ਯੂ ਸੋ ਮਚ।